ਬਾਜ਼ਾਰ ਤਿਆਰ ਕਰਨ ਵਾਸਤੇ ਤੁਹਾਨੂੰ ਦੋ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਔਰ ਮੈਂ ਸਮਝਦਾ ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ ਉਹ ਇਹ ਹੈ ਵੀ ਉਹਦੇ 'ਚ ਤੁਸੀਂ ਰੱਖੋਗੇ ਕੀ। ਦੇਖੋ ਇਨਵੈਸਟਮੈਂਟ ਸ਼ੋਸ਼ੇ 'ਚ ਨਹੀਂ ਹੈ, ਇਨਵੈਸਟਮੈਂਟ ਜਿਹੜੀ ਹੈ ਉਹ ਆਈਡੀਆ 'ਚ ਹੈ। ਇਨਵੈਸਟਮੈਂਟ ਹੈਗੀ ਉਸ ਆਈਡੀਆ ਨੂੰ ਅੱਗੇ ਵਧਾਉਣ 'ਚ। ਅੱਜ ਦੀ ਡੇਟ 'ਚ ਮੈਨੂੰ ਤੁਸੀਂ ਕੋਈ 45 ਸਾਲ ਤੋਂ ਉੱਪਰ ਦਾ ਬੰਦਾ ਦੱਸ ਦਿਓ ਜਿਹੜਾ ਘੱਟੋ ਘੱਟ ਇੱਕ ਦੋ ਦਵਾਈਆਂ ਨਾ ਖਾਂਦਾ ਹੋਵੇ। 50 ਸਾਲ ਵਾਲੇ ਤਾਂ ਤਕਰੀਬਨ ਹਰੇਕ ਹੀ ਖਾਈਦਾ। ਕੁਛ ਇਹੋ ਜਿਹੇ ਵੀ ਨੇ ਜਿਨ੍ਹਾਂ ਨੇ ਆ ਕੇ ਮੇਰੇ ਨਾਲ ਬਹਿਸ ਕੀਤੀ ਵੀ ਤੁਹਾਡੀ ਚੀਜ਼ ਬਹੁਤ ਮਹਿੰਗੀ ਹੈ, ਬਾਜ਼ਾਰ 'ਚ ਆਹ ਰੇਟ ਹੈ ਉਹ ਹੈ। ਮੈਂ ਉਹਨਾਂ ਨੂੰ ਵੀ ਇੱਕੋ ਹੀ ਬੇਨਤੀ ਕੀਤੀ ਹੈ ਵੀ ਰੇਹੜੀ ਵਾਲਾ ਸਮਾਨ ਸਾਡਾ ਹੈ ਨਹੀਂ, ਨਾ ਸਾਡੀ ਰੇਹੜੀ ਵਾਲੀ ਕੀਮਤਾਂ ਨੇ। ਜਿਹੜਾ ਅਸਲੀ ਗਾਹਕ ਹੈ ਜੇ ਉਹਨੂੰ ਇਸ ਗੱਲ ਦੀ ਸਮਝ ਆ ਜਾਵੇ ਬਈ ਜਿਹੜੀ ਚੀਜ਼ ਦੀ ਉਹ ਕੀਮਤ ਜਾਂ ਮੁੱਲ ਦੇ ਰਿਹਾ ਹੈ ਉਹ ਸਿਰਫ ਉਹ ਜਿਹੜੀ ਚੀਜ਼ ਉੱਥੇ ਪਈ ਹੈ ਉਹਦੀ ਦੇ ਰਿਹਾ ਹੈ, ਨਾ ਕਿ ਜਿਹੜਾ ਉਹਦੇ 'ਤੇ ਕੋਈ ਬਿਲਡਿੰਗ ਬਣੀ ਹੈ ਜਾਂ 에ਅਰ ਕੰਡੀਸ਼ਨਰ ਹੈਗਾ ਜਾਂ ਕੋਈ ਹੋਰ ਚੀਜ਼ ਹੈਗੀ ਉਹਦੇ ਖਰਚੇ ਪੂਰੇ ਕਰ ਰਿਹਾ ਹੈ। ਬਈ ਜੇ ਨਾ ਕੁਦਰਤ ਨੇ ਕਿਹਾ ਵੀ ਇਸ ਚੀਜ਼ ਨੂੰ ਪੱਕਣ ਨੂੰ 30 ਦਿਨ ਲੱਗਣਗੇ ਅਤੇ ਇਸ ਕਿਸਮ ਦਾ ਵਾਤਾਵਰਣ ਚਾਹੀਦਾ ਹੈ, ਇਸ ਚੀਜ਼ ਨੂੰ 45 ਦਿਨ ਲੱਗਣਗੇ, ਇਸ ਚੀਜ਼ ਨੂੰ 90-120 ਦਿਨ ਲੱਗਣਗੇ, ਅਸੀਂ ਪੂਰੇ ਇਤਮਾਨਾਨ ਨਾਲ ਉਹਨੂੰ ਓਨਾ ਸਮੇਂ ਦਿੰਦੇ ਹਾਂ ਤਾਂ ਕਿ ਉਹ ਚਾਹੇ ਸਬਜ਼ੀ ਹੈ ਜੋ ਵੀ ਚੀਜ਼ ਹੈ ਉਹ ਆਪਣੀ ਪੂਰੀ ਖੁਰਾਕ ਕੱਢ ਕੇ ਤੱਤ ਕੱਢ ਕੇ ਅਤੇ ਉਹ ਤਕੜੀ ਹੋਵੇ। ਅੱਜ ਦੀ ਡੇਟ 'ਚ ਕਿਸਾਨ ਜੋ ਖੇਤੀ ਕਰ ਰਿਹਾ ਹੈ ਉਹ ਇੰਡਸਟਰੀਅਲ ਇਨਪੁਟ ਬਣਾ ਰਿਹਾ ਹੈ, ਰॉ ਮਟੀਰੀਅਲ ਭੇਜ ਰਿਹਾ, ਚਾਹੇ ਸ਼ੈਲਰ ਹੋਵੇ ਚਾਹੇ ਮਿਲ ਹੋਵੇ, ਉਹ ਚਾਹੇ ਕੋਈ ਤੁਹਾਡੀ ਹੋਰ ਤੇਲ ਵਾਲੀ ਫੈਕਟਰੀ ਹੋਵੇ, ਉਹਦੇ ਵਾਸਤੇ ਕੋਈ ਜਿਹੜੀ ਦੂਰ ਹੈਗੀ ਉਹਦੇ ਵਾਸਤੇ ਉਹ ਬਣਾ ਰਿਹਾ। ਸਾਰਿਆਂ ਨਾਲੋਂ ਜ਼ਿਆਦਾ ਇੰਪੋਰਟੈਂਟ ਹੈ ਕੰਜ਼ਿਊਮ ਕਰਨੀ ਹੈ, ਉਹਦੀ ਨਿੱਕੀ ਨਿੱਕੀ ਚੀਜ਼ ਨੂੰ ਬਰੀਕੀ ਨਾਲ ਐਂ ਸੋਚਦੇ ਹਾਂ, ਬਟ ਇਹ ਉਹਨੂੰ ਢਾਲ ਕੇ ਦੇਖੋ ਨਾ ਜੀ ਤੁਸੀਂ। ਜਿਹੜੀ ਕੁਦਰਤ ਨੇ ਆਪਾਂ ਨੂੰ ਦਿੱਤੀ ਹੋਈ ਹੈ ਨਾ ਚੀਜ਼, ਆਪਾਂ ਨੂੰ ਉਹ ਇੱਕ ਇਨਸਾਈਟ ਦਿੱਤੀ ਹੋਈ ਹੈ ਕਿ ਆਪਾਂ ਉਹ ਚੀਜ਼ ਖਾਓ ਜਿਹੜੀ ਸਾਫ਼ ਹੈ ਸੁਥਰੀ ਹੈ, ਪਰਮਾਤਮਾ ਤੋਂ ਦਿੱਤੀ ਹੋਈ ਹੈ। ਆਪਾਂ ਉਹਨੂੰ ਹੁਣ ਉਸ ਚੀਜ਼ ਨੂੰ ਆਪਾਂ ਉਹ ਐਂ ਲੈ ਜਾਣ ਲੱਗ ਪਏ ਵੀ ਜਿਹੜੀ ਪੈਕਿੰਗ ਸੋਹਣੀ ਕੀਤੀ ਹੋਈ ਹੈ, ਆਪਾਂ ਉਸ ਚੀਜ਼ ਨੂੰ ਨਹੀਂ ਦੇਖਦੇ ਵੀ ਸਬਜ਼ੀ ਉਹਦੇ 'ਚ ਕੀ ਹੈ। ਬੇਸ਼ੱਕ ਕਿਸਾਨ ਦੀ ਲੜਾਈ ਖੇਤਾਂ ਵਿੱਚੋਂ ਉੱਠ ਕੇ ਦਿੱਲੀ ਦੀਆਂ ਸੜਕਾਂ ਤੱਕ ਹੈ, ਰਾਜਨੀਤੀ ਤੱਕ ਪਹੁੰਚ ਚੁੱਕੀ ਹੈ। ਇਸ ਵਕਤ ਦਿੱਲੀ ਹੈ ਜੋ ਵਿਚਾਰ ਜ਼ਰੂਰ ਕਰ ਰਹੀ ਹੈ ਕਿਸ ਤਰੀਕੇ ਨਾਲ ਅੰਦੋਲਨ ਸਮਾਪਤ ਕਰਕੇ ਕਿਸਾਨ ਦੀਆਂ ਮੰਗਾਂ ਨੂੰ ਮੰਨਿਆ ਜਾਵੇ ਜਾਂ ਕਿਹੜੀ ਨਵੀਂ ਨੀਤੀ ਬਣਾਈ ਜਾਵੇ ਜਿਹਦੇ ਤੋਂ ਕਿਸਾਨ ਦੁਬਾਰਾ ਜਿਹੜਾ ਕਿ ਅਜਿਹਾ ਕੋਈ ਰਾਹ ਨਾ ਫੜਨ। ਲੇਕਿਨ ਕਿਸਾਨਾਂ ਨੂੰ ਇੱਕ ਨਵਾਂ ਰਾਹ ਤਿਆਰ ਕਰਨਾ ਪਵੇਗਾ। ਜੇਕਰ ਕਿਸਾਨਾਂ ਨੂੰ MSP ਦਾ ਖਹਿੜਾ ਛੱਡ ਕੇ MRP ਤੇ ਆਉਣਾ ਪਿਆ ਤਾਂ ਉਹਨਾਂ ਨੂੰ ਆਪਣੀਆਂ ਫਸਲਾਂ ਦਾ ਆਪਣਾ ਮੁੱਲ ਖੁਦ ਤੈਅ ਕਰਨਾ ਪਵੇਗਾ ਅਤੇ ਅਜਿਹੇ ਬਹੁਤ ਸਾਰੇ ਕਿਸਾਨ ਨੇ ਪੰਜਾਬ 'ਚ ਜੋ ਕਰ ਰਹੇ ਨੇ। ਇਸ ਵਕਤ ਮੈਂ ਗਰੇਵਾਲ ਫਾਰਮ ਤੇ ਬੈਠਾ ਹਾਂ, ਮੋਹਾਲੀ ਦੇ ਲਾਗੇ ਗਰੇਵਾਲ ਫਾਰਮ ਹੈ, ਏਅਰਪੋਰਟ ਤੋਂ ਕੁਝ ਦੂਰੀ ਤੇ ਹੈ ਅਤੇ ਮੇਰੇ ਨਾਲ ਸਰਦਾਰ ਚਰਨਜੀਤ ਸਿੰਘ ਗਰੇਵਾਲ ਨੇ ਜੋ ਵਿਦੇਸ਼ਾਂ ਵਿੱਚ ਰਹੇ ਨੇ ਅਤੇ ਆਪਣੇ ਖੇਤ ਤੋਂ ਤਕਰੀਬਨ 50 ਤੱਕ ਫਸਲਾਂ ਸਾਲ ਦੀਆਂ ਲੈਂਦੇ ਨੇ ਅਤੇ ਉਹਨਾਂ ਨੇ ਆਪਣਾ ਇੱਕ ਬਾਜ਼ਾਰ ਹੈ ਜੋ ਆਪਣੇ ਖੇਤ ਵਿੱਚ ਹੀ ਪਾਇਆ। ਜ਼ਿਆਦਾ ਇਨਵੈਸਟਮੈਂਟ ਨਹੀਂ ਕਰਨੀ ਪਈ ਪਰ ਆਪਣੀ ਫਸਲ ਦਾ ਸਹੀ ਮੁੱਲ ਲੈ ਰਹੇ ਨੇ ਜੋ ਉਹਨਾਂ ਦਾ ਬਣਦਾ। ਗਰੇਵਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਬਾਜ਼ਾਰ ਅਸੀਂ ਤਿਆਰ ਪਹਿਲਾਂ ਹੀ ਹੈਗੇ, ਬਾਜ਼ਾਰ ਜਾਂ ਕਾਰਪੋਰੇਟ ਬਾਜ਼ਾਰ ਤਿਆਰ ਨੇ ਜਾਂ ਮੰਡੀਆਂ ਪਹਿਲਾਂ ਵੀ ਤਿਆਰ ਨੇ, ਲੇਕਿਨ ਜਦੋਂ ਅਸੀਂ ਆਪਣੇ ਬਾਜ਼ਾਰ ਦੀ ਗੱਲ ਕਰਦੇ ਹਾਂ ਜਿੱਥੇ ਅਸੀਂ ਆਪਣੀ ਫਸਲ ਦਾ ਸਹੀ ਮੁੱਲ, ਜਿਹਦੇ ਵਿੱਚ ਸਾਡੀ ਵੈਲਿਊ ਆ, ਸਾਡੀ ਮਿਹਨਤ ਹੈ, ਸਾਡੀ ਹਰ ਇੱਕ ਚੀਜ਼ ਦੀ ਇਨਪੁਟ ਦੀ ਸਾਨੂੰ ਕਾਸਟ ਮਿਲਣੀ ਹੈ, ਉਹ ਬਾਜ਼ਾਰ ਨੂੰ ਤਿਆਰ ਕਰਨ ਦੇ ਲਈ ਕਿੰਨੀ ਕੁ ਮਿਹਨਤ ਤੇ ਕੀ ਡਾਇਰੈਕਸ਼ਨ ਹੈ? ਦੇਖੋ ਬਾਜ਼ਾਰ ਤਿਆਰ ਕਰਨ ਵਾਸਤੇ ਤੁਹਾਨੂੰ ਦੋ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਔਰ ਮੈਂ ਸਮਝਦਾ ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ ਉਹ ਇਹ ਹੈ ਵੀ ਉਹਦੇ 'ਚ ਤੁਸੀਂ ਰੱਖੋਗੇ ਕੀ। ਉਹਦੀ ਸਭ ਤੋਂ ਜ਼ਿਆਦਾ ਅਹਿਮੀਅਤ ਹੈ, ਕਾਹਦੇ ਅੰਦਰ ਰੱਖੋਗੇ ਉਹਦੀ ਕੋਈ ਮਾਇਨਾ ਨਹੀਂ ਹੈ। ਜਿਹੜਾ ਅਸਲੀ ਗਾਹਕ ਹੈ ਜੇ ਉਹਨੂੰ ਇਸ ਗੱਲ ਦੀ ਸਮਝ ਆ ਜਾਵੇ ਬਈ ਜਿਹੜੀ ਚੀਜ਼ ਦੀ ਉਹ ਕੀਮਤ ਜਾਂ ਮੁੱਲ ਦੇ ਰਿਹਾ ਹੈ ਉਹ ਸਿਰਫ ਉਹ ਜਿਹੜੀ ਚੀਜ਼ ਉੱਥੇ ਪਈ ਹੈ ਉਹਦੀ ਦੇ ਰਿਹਾ ਹੈ, ਨਾ ਕਿ ਜਿਹੜਾ ਉਹਦੇ 'ਤੇ ਕੋਈ ਬਿਲਡਿੰਗ ਬਣੀ ਹੈ ਜਾਂ 에ਅਰ ਕੰਡੀਸ਼ਨਰ ਹੈਗਾ ਜਾਂ ਕੋਈ ਹੋਰ ਚੀਜ਼ ਹੈਗੀ ਉਹਦੇ ਖਰਚੇ ਪੂਰੇ ਕਰ ਰਿਹਾ ਹੈ। ਜੇ ਗਾਹਕ ਨੂੰ ਇਹ ਸਮਝ ਆ ਜਾਵੇ ਵੀ ਔਰ ਕਿਸਾਨ ਨੂੰ ਵੀ ਇਹ ਗੱਲ ਸਮਝ ਆ ਜਾਵੇ ਬਈ ਜਿਹੜਾ ਮੁੱਲ ਲੈਣਾ ਹੈ ਉਹ ਸਿਰਫ ਉਸ ਚੀਜ਼ ਦਾ ਲੈਣਾ ਹੈ ਜਿਹੜੀ ਚੀਜ਼ ਤੁਹਾਡੀ ਸੋਲਿਡ ਹੈ,
ਬਿਲਕੁਲ ਉਹਦਾ ਮੁੱਲ ਲੈ ਲਓ, ਬਾਕੀ ਤਾਂ ਤੁਹਾਡੇ ਸ਼ੋਸ਼ਾ ਵਾਲੀ ਗੱਲਾਂ ਨੇ, ਉਹਦੇ 'ਚ ਕੋਈ ਉਹ ਨਹੀਂ ਹੈ। ਔਰ ਆਪਾਂ ਨੂੰ ਇਹ ਸ਼ੋਸ਼ੇ 'ਚੋਂ ਹਟਣਾ ਪੈਣਾ ਹੈ। ਉਹਦੇ 'ਚੋਂ ਆਪਾਂ ਹਰੇਕ ਆਪਣੀ ਲਾਈਫ 'ਚ ਕਈ ਥਾਵਾਂ ਤੇ ਸ਼ੋਸ਼ਿਆਂ ਨਾਲ ਮਾਰੇ ਗਏ। ਮੈਂ ਉਹੀ ਗੱਲ ਕਰਦਾ ਸੋ ਵੀ ਸ਼ੋਸ਼ੇ ਦੇ ਨਾਲ ਕਿਸਾਨ ਤਾਂ ਪਹਿਲਾਂ ਹੀ ਪੱਟਿਆ ਪਿਆ ਆ। ਹਾਂ ਹਾਂ, ਸੋ ਦੇਖੋ ਤੁਸੀਂ ਹੁਣ ਜਿਵੇਂ ਇੱਥੇ ਤੁਸੀਂ ਦੇਖੋ ਸਾਡਾ ਕੀ ਕੁਛ ਪਿਆ ਹੈ। ਸਾਡੇ 4 ਕਿਸਮ ਦੇ ਚੌਲ ਪਏ ਨੇ, ਸਾਡੇ ਕੋਲ 2 ਕਿਸਮ ਦੇ ਆਟੇ ਨੇ, ਇੱਕ ਸ਼ਰਬਤੀ ਕਣਕ ਦਾ ਆਟਾ ਹੈਗਾ ਤੇ ਇੱਕ ਕਾਲੀ ਗੇਹੂੰ ਦਾ ਆਟਾ ਹੈ। ਉਹ ਉਸੇ ਸ਼ਰਬਤੀ ਕਣਕ ਦਾ ਸਾਡੇ ਕੋਲ ਮੈਦਾ ਹੈਗਾ। ਕਾਬਲੀ ਚਨੇ ਕਾਲੇ ਚਨੇ ਨੇ, ਕਾਲੇ ਚਨੇ ਤੋਂ ਅਸੀਂ ਕੱਢਿਆ ਹੋਇਆ ਦਾਲ, ਉਹਦੇ ਤੋਂ ਅੱਗੇ ਅਸੀਂ ਬੇਸਨ ਕੱਢਿਆ ਹੋਇਆ, ਠੀਕ ਹੈ ਜੀ। ਤੇ 8-10 ਕਿਸਮ ਦੀ ਸਾਡੀਆਂ ਸਬਜ਼ੀਆਂ ਨੇ। ਇੱਥੇ ਤੁਹਾਨੂੰ ਸ਼ਾਇਦ ਨਾ ਨਜ਼ਰ ਆਉਣ, ਪਰ ਅਸੀਂ ਇੱਥੇ ਸੈਂਪਲ ਵਾਸਤੇ ਰੱਖੀਆਂ ਨੇ। ਜਿਹੜਾ ਕੋਈ ਗਾਹਕ ਆਉਂਦਾ ਹੈ ਤੇ ਜਿੰਨਾ ਕੁ ਉਹਨੂੰ ਚਾਹੀਦਾ ਹੁੰਦਾ, ਫਿਰ ਅਸੀਂ ਤਾਜ਼ੀ ਉੱਥੋਂ ਪੱਟ ਕੇ ਉਹਨਾਂ ਨੂੰ ਦਿੰਦੇ ਹਾਂ। ਔਰ ਜੇ ਕੋਈ ਜ਼ਿਆਦਾ ਇਨਵੋਲਵ ਹੋਣਾ ਚਾਹੁੰਦਾ ਹੈ, ਫਿਰ ਅਸੀਂ ਉਹਨਾਂ ਨੂੰ ਇਹ ਵੀ ਕਹਿ ਦਿੰਦੇ ਹਾਂ ਵੀ ਚਲੋ ਜਿਹੜੀ ਚੀਜ਼ ਤੁਹਾਨੂੰ ਪਸੰਦ ਹੈ ਤੁਸੀਂ ਉੱਥੇ ਗੁੱਠਾ ਲਾ ਦਿਓ, ਅਸੀਂ ਉਹ ਪੱਟ ਦਿੰਦੇ ਹਾਂ ਤੁਹਾਡੇ ਵਾਸਤੇ। ਸੋ ਇਹ ਹੋ ਗਿਆ ਸਾਡੇ ਹੁਣ ਤੁਸੀਂ ਦੇਖੋ ਆਹ ਸਾਰਾ ਕੁਝ ਆ ਗਿਆ। ਸਾਡੀ 5-6 ਕਿਸਮਾਂ ਦੀਆਂ ਦਾਲਾਂ ਪਈਆਂ ਨੇ ਇੱਥੇ, ਹੈ ਜੀ। ਹਲਦੀ ਆ ਗਈ ਸਾਡੀ, ਕੱਚੀ ਹਲਦੀ ਪਾਊਡਰ ਆ ਗਿਆ, ਮੂੰਗਫਲੀ ਦਾ ਤੇਲ ਆ ਗਿਆ। ਮੂੰਗਫਲੀ ਵੀ ਹੁੰਦੀ ਹੈ ਸਾਡੇ ਕੋਲ, ਅਸੀਂ ਲਾਉਂਦੇ ਹਾਂ। ਹਾਲਾਂਕਿ ਸਾਡੀ ਜ਼ਮੀਨ ਕਲਰ ਤੇ ਡਾਕਰ ਹੈ ਔਰ ਮੂੰਗਫਲੀ ਨੂੰ ਰੇਤਲੀ ਜ਼ਮੀਨ ਚਾਹੀਦੀ ਹੈ, ਪਰ ਕਈ ਸਾਲ ਹੋ ਗਏ ਅਸੀਂ ਆਪਣਾ ਬੀਜ ਕੱਢ ਕੇ ਉਹੀ ਮੂੰਗਫਲੀ ਲਾਈ ਜਾਂਦੇ ਹਾਂ ਔਰ ਸਾਡਾ ਬਹੁਤ ਸੋਹਣਾ ਤਜਰਬਾ ਰਹਿ ਗਿਆ। ਫਿਰ ਸਰੋਂ ਦਾ ਤੇਲ ਆ ਗਿਆ, ਲਸਣ ਆ ਗਿਆ, ਪਿਆਜ਼, ਆਲੂ, ਹੈ ਜੀ। ਤੇ ਅਸੀਂ ਪਿਛਲੇ ਸਾਲ ਅਦਰਕ ਦੀ ਵੀ ਤਜਰਬਾ ਕੀਤਾ ਸੀ, ਉਹ ਵੀ ਸਾਡਾ ਠੀਕ ਹੋ ਗਿਆ। ਐਤਕੀ ਅਸੀਂ ਉਹਦਾ ਰਕਬਾ ਥੋੜ੍ਹਾ ਵਧਾਵਾਂਗੇ। ਸੌਂਫ, ਅਜਵਾਇਣ, ਜੀਰਾ, ਕਲੌਂਜੀ। ਤੇ ਜਿਵੇਂ ਤੁਸੀਂ ਕਿਹਾ, ਅਸੀਂ ਸਾਲ ਦੇ ਦੌਰਾਨ ਤਕਰੀਬਨ 50, ਮੇਰਾ ਖਿਆਲ 50 ਆਪਣੇ, ਜੇ ਤੁਸੀਂ ਫਲ ਵਾਲੇ ਬੂਟੇ ਲਾ ਲਓ, ਸਬਜ਼ੀਆਂ ਲਾ ਲਓ, ਸਾਡਾ 50 ਤੋਂ ਉੱਪਰ ਟੱਪ ਜਾਂਦਾ ਹੈ। ਫਿਰ ਸਾਡੇ ਕੋਲ ਇੱਥੇ ਗਾਂ ਰੱਖੀ ਹੈ, ਦੇਸੀ ਗਾਂ। ਦੁੱਧ, ਘਿਓ, ਮੱਖਣ, ਪਨੀਰ, ਖੋਆ ਅਸੀਂ ਉੱਥੋਂ ਲੈ ਲੈਂਦੇ ਹਾਂ। ਮੁਰਗੀਆਂ ਅਸੀਂ ਆਪਣੀਆਂ ਰੱਖੀਆਂ ਨੇ, ਅੰਡੇ ਸਾਡੇ ਉੱਥੋਂ ਆ ਜਾਂਦੇ ਨੇ। ਸੋ ਕਹਿਣ ਦਾ ਭਾਵ ਇਹ ਹੈ ਵੀ ਅਸੀਂ ਤਕਰੀਬਨ ਸਾਰਾ ਕੁਝ ਆਪਣੇ ਇੱਥੇ ਕਰਦੇ ਹਾਂ। ਔਰ ਇਹ ਜਿਹੜਾ ਕਰਦੇ ਹਾਂ, ਇਹਦੇ 'ਚ ਜਿਹੜੀ ਸਾਡੀ ਸਭ ਤੋਂ ਵੱਡੀ ਸੋਚਣੀ ਇਹ ਮੈਂ ਸਮਝਦਾ ਬਈ ਜਿਹੜਾ ਕੁਦਰਤ ਨੇ ਕਿਹਾ ਵੀ ਇਸ ਚੀਜ਼ ਨੂੰ ਪੱਕਣ ਨੂੰ 30 ਦਿਨ ਲੱਗਣਗੇ ਤੇ ਇਸ ਕਿਸਮ ਦਾ ਵਾਤਾਵਰਣ ਚਾਹੀਦਾ ਹੈ, ਇਸ ਚੀਜ਼ ਨੂੰ 45 ਦਿਨ ਲੱਗਣਗੇ, ਇਸ ਚੀਜ਼ ਨੂੰ 90-120 ਦਿਨ ਲੱਗਣਗੇ, ਅਸੀਂ ਪੂਰੇ ਇਤਮਾਨਾਨ ਨਾਲ ਉਹਨੂੰ ਓਨਾ ਸਮੇਂ ਦਿੰਦੇ ਹਾਂ ਤਾਂ ਕਿ ਉਹ ਚਾਹੇ ਸਬਜ਼ੀ ਹੈ, ਜੋ ਵੀ ਚੀਜ਼ ਹੈ, ਉਹ ਆਪਣੀ ਪੂਰੀ ਖੁਰਾਕ ਕੱਢ ਕੇ, ਤੱਤ ਕੱਢ ਕੇ ਤੇ ਉਹ ਤਕੜੀ ਹੋਵੇ। ਜ਼ਰੂਰੀ ਹੈ, ਕਿਉਂਕਿ ਜੇਕਰ ਜਿਹੜੀ ਚੀਜ਼ ਸਾਡੇ ਸਰੀਰ 'ਚ ਜਾਣੀ ਹੈ ਉਹ ਉਹਦੇ ਖੁਰਾਕੀ ਤੱਤ, ਨਾ ਕਿ ਸਾਨੂੰ ਦਵਾਈਆਂ ਤੋਂ ਲੈਣੇ ਪੈਣ, ਚਾਹੇ ਸਬਜ਼ੀਆਂ ਨੇ, ਚਾਹੇ ਦਾਲਾਂ ਨੇ, ਚਾਹੇ ਉਹ ਫਿਰ ਫਲ ਹੈ, ਉਹਨਾਂ ਤੋਂ ਮਿਲਣੇ ਚਾਹੀਦੇ ਆ। ਪਰ ਗਰੇਵਾਲ ਸਾਹਿਬ, ਤੁਹਾਡੇ ਜੇਕਰ ਮੈਂ ਕੰਸੈਪਟ ਦੀ ਗੱਲ ਕਰਾਂ, ਮੈਨੂੰ ਨਹੀਂ ਲੱਗਦਾ ਜਿਸ ਤਰੀਕੇ ਨਾਲ ਤੁਸੀਂ ਫੱਟੇ ਰੱਖੇ ਨੇ ਜਾਂ ਥੋੜ੍ਹੇ ਜਿਹੇ ਡੱਬੇ ਰੱਖੇ ਨੇ, ਗੱਟੇ ਰੱਖੇ ਨੇ, ਇਹ ਕੋਈ ਬਹੁਤ ਹੀ ਵੱਡੀ ਇਨਵੈਸਟਮੈਂਟ ਦੀ ਲੋੜ ਹੈ। ਦੇਖੋ, ਇਨਵੈਸਟਮੈਂਟ ਸ਼ੋਸ਼ੇ 'ਚ ਨਹੀਂ ਹੈ। ਇਨਵੈਸਟਮੈਂਟ ਜਿਹੜੀ ਹੈ ਉਹ ਆਈਡੀਆ 'ਚ ਹੈ। ਇਨਵੈਸਟਮੈਂਟ ਹੈਗੀ ਉਸ ਆਈਡੀਆ ਨੂੰ ਅੱਗੇ ਵਧਾਉਣ 'ਚ। ਹੁਣ ਇਹ ਆਈਡੀਆ ਕੀ ਹੈ? ਆਈਡੀਆ ਇਹ ਹੈ, ਦੇਖੋ ਕਿਸਾਨ ਦਾ ਕੀ ਕੰਮ ਹੈ। ਕਿਸਾਨ ਦਾ ਕੰਮ ਹੈਗਾ, ਕਿਸਾਨੀ ਦਾ ਬੇਸਿਕ ਫੰਡਾਮੈਂਟਲ ਚੀਜ਼ ਇਹ ਹੈ ਵੀ ਉਹ ਤੁਹਾਨੂੰ ਖਾਣਾ ਪੈਦਾ ਕਰਕੇ ਦਿੰਦੇ ਨੇ। ਔਰ ਇਹ ਕੰਜ਼ਿਊਮਰ ਨੂੰ ਹੁਣ ਸਵਾਲ ਪੁੱਛਣਾ ਚਾਹੀਦਾ ਵੀ ਉਹ ਕਿਹੋ ਜਿਹਾ ਖਾਣਾ ਖਾਣਾ ਚਾਹੁੰਦੇ ਨੇ। ਸਾਡਾ ਪ੍ਰਿੰਸੀਪਲ ਇਹ ਹੈ ਵੀ ਅਸੀਂ ਆਪਣੇ ਕੰਜ਼ਿਊਮਰ ਵਾਸਤੇ ਉਹ ਖਾਣਾ ਪੈਦਾ ਕਰੀਏ ਜਿਹਨੂੰ ਖਾ ਕੇ ਉਹਦਾ ਸਰੀਰ ਤਕੜਾ ਹੋਵੇ, ਉਹਦੇ ਮਨ ਨੂੰ ਸ਼ਾਂਤੀ ਆਵੇ ਵੀ ਹਾਂ ਮੈਂ ਜਿੰਨਾ ਖਾਣਾ ਸੀ ਮੈਨੂੰ ਆ ਗਿਆ। ਫਿਰ ਮਤਲਬ ਇਹ ਕਿਸਾਨ ਦਾ, ਚਲੋ ਮੈਂ ਮੰਨਦਾ ਇਹ ਕਿਸਾਨ ਦਾ ਧਰਮ ਹੈ, ਇਹ ਕਿਸਾਨ ਦਾ ਪਹਿਲਾ ਧਰਮ ਹੈ ਕਿ ਜਿਹੜੀ ਚੀਜ਼ ਉਹਨੇ ਪੈਦਾ ਕਰਨੀ ਹੈ ਉਹਦੇ ਨਾਲ ਵਫਾ ਕਰੇ, ਦਗਾ ਨਾ ਹੋਵੇ ਕਿਸੇ ਤਰੀਕੇ ਨਾਲ। ਬੇਸ਼ੱਕ ਦੀ ਅੱਜ ਮਸ਼ੀਨੀਕਰਨ ਜਾਂ ਤਕਨੀਕੀਕਰਨ ਹੋ ਗਿਆ ਜਾਂ ਜੋ ਦਵਾਈਆਂ ਆ ਗਈਆਂ, ਖਰਚੇ ਵੱਧ ਗਏ ਨੇ, ਉਹ ਸਭ ਤੋਂ ਚੱਲਦੇ ਹੋਏ ਇਹ ਚੀਜ਼ ਹੁੰਦੀ ਹੈ। ਲੇਕਿਨ ਕਿਸਾਨ ਤੋਂ ਬਾਅਦ ਜੇਕਰ ਦੂਜੀ ਗੱਲ ਕਰੀਏ ਤਾਂ ਕਸਟਮਰ ਨੂੰ ਜਾਂ ਮੇਰੇ ਵਰਗੇ ਨੂੰ ਵੀ ਤਾਂ ਇਹ ਵਫਾ ਕਰਨੀ ਪਊਗੀ ਨਾ ਕਿ ਮੈਂ ਜਿਹੜੀ ਚੀਜ਼ ਖਾਣੀ ਹੈ ਸਰੀਰ ਲਈ ਚੰਗੀ ਹੈ ਤੇ ਕਿਸਾਨ ਨੂੰ ਉਹਦਾ ਸਹੀ ਮੁੱਲ ਮਿਲਣਾ ਚਾਹੀਦਾ। ਬਿਲਕੁਲ ਠੀਕ ਗੱਲ ਹੈ। ਔਰ ਮੈਂ ਉਸੇ ਤੇ ਆ ਰਿਹਾ ਸੀ ਵੀ ਹੁਣ ਕਿਸਾਨ ਦੀ ਇਹ ਤਾਂ ਹੋ ਗਈ ਜਿਹੜੀ ਕਿਸਾਨੀ ਹੋਣੀ ਚਾਹੀਦੀ ਹੈ, ਠੀਕ ਹੈ। ਪਰ ਹੋ ਕੀ ਰਿਹਾ ਹੈ? ਹੋ ਇਹ ਰਿਹਾ ਵੀ ਜਿਹੜਾ ਕੰਜ਼ਿਊਮਰ ਹੈ, ਕੰਜ਼ਿਊਮਰ ਨੇ ਜੇ ਹੁਣ ਤੁਸੀਂ ਦੇਖੋ ਜੇ ਆਪਾਂ ਬਾਜ਼ਾਰ ਜਾਈਏ 5 ਰੁਪਏ ਦਾ ਪੈਨ ਵੀ ਜੇ ਆਪਾਂ ਖਰੀਦਣਾ ਹੈ
ਉਹ 5 ਰੁਪਏ ਕੱਢਣ ਤੋਂ ਪਹਿਲਾਂ ਆਪਾਂ ਉਹ ਪੈਨ ਚਲਾ ਕੇ ਦੇਖਦੇ ਹਾਂ ਵੀ ਇਹ ਚੱਲਦਾ ਠੀਕ ਹੈ, ਇਹਦੀ ਲਿਖਾਈ ਠੀਕ ਹੈ, ਫਿਰ ਉਹਨੂੰ 5 ਰੁਪਏ ਦੇਣੇ ਆ। ਪਰ ਜਿਹੜੀ ਚੀਜ਼ ਆਪਾਂ ਆਪਣੇ ਸਰੀਰ 'ਚ ਦਿਨ 'ਚ 3 ਦਫਾ ਆਪਣੇ ਪਾਉਣੀ ਹੈ, ਆਪਣੇ ਬਜ਼ੁਰਗਾਂ ਦੇ ਪਾਉਣੀ ਹੈ, ਆਪਣੇ ਨਿਆਣੇ ਦੇ ਸਰੀਰ 'ਚ ਪਾਉਣੀ ਹੈ, ਉਹਦਾ ਸਾਡਾ ਬਾਇੰਗ ਖਰੀਦਣ ਦਾ ਇੱਕੋ ਹੀ ਮਕਸਦ ਹੁੰਦਾ ਵੀ 20 ਰੁਪਏ ਵਾਲੀ ਚੀਜ਼ ਮੈਨੂੰ 15 'ਚ ਮਿਲ ਜੇ, 18 'ਚ ਮਿਲ ਜੇ। ਜੇ ਕੰਜ਼ਿਊਮਰ ਨੇ ਸਭ ਤੋਂ ਸਸਤੀ ਚੀਜ਼ ਖਰੀਦਣੀ ਹੈ, ਜੇ ਉਹਦਾ ਇਹੀ ਹੈ ਵੀ ਮੈਨੂੰ ਸਭ ਤੋਂ ਸਸਤੀ ਚੀਜ਼ ਮਿਲ ਜੇ, ਫਿਰ ਕਿਸਾਨ ਕੀ ਕਰ ਲੂਗਾ? ਫਿਰ ਤਾਂ ਕਿਸਾਨ ਉਹਨੂੰ ਸਸਤੀ ਚੀਜ਼ ਹੀ ਦਊਗਾ। ਜਿੰਨੀ ਚਿਰ ਕੰਜ਼ਿਊਮਰ ਆਪਣੇ ਆਪ ਸਮਝ ਕੇ ਆਪਣੀ ਰਿਸਪੌਂਸਿਬਿਲਿਟੀ ਪੂਰੀ ਕਰਦਾ ਹੈ ਔਰ ਉਹ ਕਵੇ ਵੀ ਹਾਂ ਜੇ ਮੈਨੂੰ ਪੂਰਾ ਚੰਗਾ ਖਾਣਾ ਮਿਲਦਾ ਹੈ ਮੈਂ ਉਹਦਾ ਮੁੱਲ ਦੇਣ ਨੂੰ ਤਿਆਰ ਹਾਂ, ਫਿਰ ਤਾਂ ਗੱਲ ਠੀਕ ਹੈ। ਨਹੀਂ ਤਾਂ ਤੁਸੀਂ ਇੱਥੋਂ ਸਸਤੀ ਕਰ ਦੋਗੇ ਕਿਸੇ ਹੋਰ ਦੀ ਆਪਣੇ ਜਾ ਕੇ। ਹੁਣ ਦੇਖੋ ਜਿਵੇਂ ਘੀਆ ਘੂਆ ਹੈਗਾ, ਜੇ ਆਕਸੀਟੋਸਿਨ ਲੱਗ ਗਿਆ, ਕੋਈ ਹੋਰ ਕੈਮੀਕਲ ਲੱਗ ਗਏ, ਅਲਟੀਮੇਟਲੀ ਕੈਮੀਕਲ ਤਾਂ ਜਾਂਦਾ ਸਰੀਰ 'ਚ ਹੀ ਹੈ। ਹੁਣ ਅੱਜ ਦੀ ਡੇਟ 'ਚ ਮੈਨੂੰ ਤੁਸੀਂ ਕੋਈ 45 ਸਾਲ ਤੋਂ ਉੱਪਰ ਦਾ ਬੰਦਾ ਦੱਸ ਦਿਓ ਜਿਹੜਾ ਘੱਟੋ ਘੱਟ 1-2 ਦਵਾਈਆਂ ਨਾ ਖਾਂਦਾ ਹੋਵੇ। 50 ਸਾਲ ਵਾਲੇ ਤਾਂ ਤਕਰੀਬਨ ਹਰੇਕ ਹੀ ਖਾਈਦਾ। ਬਾਹਲੀ ਨਹੀਂ ਤਾਂ ਬੀਪੀ ਦੀ ਗੋਲੀ ਤਾਂ ਲੱਗੀ ਹੋਈ ਆ, ਕੁਛ ਨਾ ਕੁਛ ਤਾਂ ਲੱਗਿਆ ਹੀ ਹੋਇਆ। ਹੁਣ ਤੁਸੀਂ ਇਹ ਦੇਖੋ ਬਈ ਜੋ ਤੁਸੀਂ ਗੋਲੀ ਖਾ ਰਹੇ ਹੋ ਉਹਦੇ 'ਚ ਵੀ ਕੈਮੀਕਲ ਹੈ। ਜੋ ਤੁਸੀਂ ਆਪਣੇ ਖਾਣੇ 'ਚੋਂ ਤੁਹਾਡਾ ਕੈਮੀਕਲ ਆਉਂਦਾ ਹੈ ਉਹ ਅੰਦਰ ਜਾ ਕੇ ਬਾਹਰ ਨਹੀਂ ਨਿਕਲ ਆਉਂਦਾ, ਉਹ ਤੁਹਾਡਾ ਰਹਿੰਦਾ ਉੱਥੇ। ਜਿਹੜੀ ਤੁਸੀਂ ਦਵਾਈਆਂ ਖਾਂਦੇ ਹੋ, ਜਿਹੜੀ ਦਵਾਈਆਂ ਰਾਹੀਂ ਤੁਹਾਡਾ ਕੈਮੀਕਲ ਜਾਂਦਾ ਹੈ ਔਰ ਜਿਹੜਾ ਖਾਣੇ ਦੇ ਰਾਹੀਂ ਤੁਹਾਡਾ ਕੈਮੀਕਲ ਜਾਂਦਾ ਹੈ, ਉਹ ਦੋਨੋਂ ਅੰਦਰ ਜਾ ਕੇ ਕਲੈਸ਼ ਕਰਦੇ ਨੇ। ਨਾ ਤਾਂ ਤੁਹਾਡੀ ਰੋਟੀ ਪੂਰੀ ਹੁੰਦੀ ਹੈ। ਇਹ ਯੂਰਪ 'ਚ ਇਹਨਾਂ ਨੇ ਸਟੱਡੀ ਕੀਤੀ ਸੀ, ਜਿਹੜਾ 1950 ਦੇ ਵਿੱਚ ਖੁਰਾਕੀ ਤੱਤ ਸੀ ਖਾਣੇ 'ਚ, ਉਹ 2012 40% ਘਟ ਗਈ ਸੀ। 60% ਰਹਿ ਗਏ, ਯਾਨੀ ਕਿ ਸਿਰਫ 60% ਰਹਿ ਗਏ। ਹੁਣ ਜਿਹੜਾ 1950 'ਚ, ਹੁਣ ਆਪਣੇ ਸਰੀਰ ਦੀ ਕਿੰਨੀ ਕੁ ਐਵੋਲੂਸ਼ਨ ਹੋ ਗਈ ਇੰਨੀ ਚਿਰ 'ਚ? ਇਹ 60 ਸਾਲਾਂ 'ਚ ਕੋਈ ਬਹੁਤੀ ਨਹੀਂ ਹੋਈ। ਸੋ ਜਿਹੜਾ ਸਰੀਰ 1950 'ਚ 4 ਰੋਟੀਆਂ ਖਾ ਕੇ ਸੈੱਟ ਹੋ ਜਾਂਦਾ ਸੀ, ਉਹਨੂੰ ਅੱਜ 40% ਹੋਰ ਰੋਟੀ ਖਾਣੀ ਪੈਂਦੀ ਹੈ। ਬਿਲਕੁਲ, ਘੱਟੋ ਘੱਟ 2 ਜਾਂ 3 ਫੁਲਕੇ ਵੱਧ ਖਾਣ ਦੀ ਗੱਲ ਹੋ ਗਈ। ਠੀਕ ਹੈ ਜੀ। ਸੋ ਤਾਂ ਹੀ ਤਾਂ ਅੱਜ ਕੱਲ੍ਹ ਹਰੇਕ ਹੀ ਮੋਟਾ ਹੋਇਆ ਫਿਰਦਾ, ਕੰਮ ਛੱਡਤੇ। ਸੋ ਜੋ ਤੁਸੀਂ ਖਾ ਰਹੇ ਹੋ ਉਹਦੇ ਨਾ ਤਾਂ ਇੱਕ ਪਾਸੇ ਤਾਂ ਤੁਹਾਡੀ ਨਿਊਟ੍ਰੀਸ਼ਨ ਘਟ ਗਈ, ਦੂਜੇ ਪਾਸੇ ਉਹਦੇ ਤੁਹਾਡੇ ਜ਼ਹਿਰ ਆ ਗਈ, ਕੈਮੀਕਲ ਆ ਗਏ, ਉੱਪਰੋਂ ਤੁਸੀਂ ਦਵਾਈਆਂ ਖਾਣ ਲੱਗ ਗਏ। ਦਵਾਈਆਂ ਨੇ ਤੁਹਾਡੇ ਕੈਮੀਕਲ ਨਾਲ, ਜਿਹੜੇ ਦਵਾਈ ਵਾਲੇ ਕੈਮੀਕਲ ਨੇ ਤੇ ਖਾਣੇ ਵਾਲੇ ਕੈਮੀਕਲ ਨੇ, ਉਹਨਾਂ ਨੇ ਜਾ ਕੇ ਕਲੈਸ਼ ਕਰ ਜਾਣਾ ਅੰਦਰ। ਉਹਦੇ ਕੋਈ ਥਿੰਕਿੰਗ ਨਹੀਂ ਹੈ। ਫਿਰ ਤਾਂ ਕੋਈ ਨਾ ਕੋਈ ਚੀਜ਼ ਸਰੀਰ 'ਚ ਭੰਗੜਾ ਪਾਊਗੀ ਨਾ, ਵੀ ਜਿਹੜੇ ਤੁਹਾਨੂੰ ਬਿਮਾਰ ਕਰਨਾ ਹੀ ਆ। ਬਿਲਕੁਲ। ਤੇ ਦੇਖੋ ਹੁਣ ਜਿਹੜੀ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਵੀ ਜਿਹੜਾ ਕਿਸਾਨੀ ਦਾ ਮਕਸਦ ਹੈਗਾ ਉਹ ਇਹ ਹੈ ਬਈ ਆਪਣੇ ਲੋਕਲ ਏਰੀਆ ਵਾਸਤੇ, ਜਿਹੜੀ ਤੁਹਾਡੀ ਲੋਕਲ ਕਮਿਊਨਿਟੀ ਹੈ ਉਹਦੇ ਵਾਸਤੇ ਤੁਸੀਂ ਇਹੋ ਜਿਹੀ ਰੋਟੀ ਪੈਦਾ ਕਰੋ ਜਿਹੜੀ ਸਰੀਰ ਨੂੰ ਤਕੜਾ ਕਰੇ ਤੇ ਮਨ ਨੂੰ ਸ਼ਾਂਤੀ ਦੇਵੇ। ਹੋ ਕੀ ਰਿਹਾ ਹੈ ਅੱਜ ਕੱਲ੍ਹ, ਔਰ ਇਹ ਕਿਸਾਨ ਦੀ ਆਪਸ਼ਨ ਨਹੀਂ ਹੈ, ਇਹ ਕਿਸਾਨ ਦੀ ਚੋਇਸ ਨਹੀਂ ਹੈ, ਇਹ ਕਿਸਾਨ ਨੂੰ ਉਸ ਪਾਸੇ ਧੱਕਿਆ ਗਿਆ ਹੈ। ਅੱਜ ਦੀ ਡੇਟ 'ਚ ਕਿਸਾਨ ਜੋ ਖੇਤੀ ਕਰ ਰਿਹਾ ਹੈ ਉਹ ਇੰਡਸਟਰੀਅਲ ਇਨਪੁਟ ਬਣਾ ਰਿਹਾ ਹੈ, ਰॉ ਮਟੀਰੀਅਲ ਭੇਜ ਰਿਹਾ ਹੈ, ਚਾਹੇ ਸ਼ੈਲਰ ਹੋਵੇ, ਚਾਹੇ ਮਿਲ ਹੋਵੇ, ਉਹ ਚਾਹੇ ਕੋਈ ਤੁਹਾਡੀ ਹੋਰ ਤੇਲ ਵਾਲੀ ਫੈਕਟਰੀ ਹੋਵੇ, ਉਹਦੇ ਵਾਸਤੇ ਕੋਈ ਜਿਹੜੀ ਦੂਰ ਹੈਗੀ ਉਹਦੇ ਵਾਸਤੇ ਉਹ ਬਣਾ ਰਿਹਾ। ਉਹਦੇ 'ਚ ਖੁਰਾਕ ਦਾ ਕੋਈ ਉਹਨੂੰ ਮਤਲਬ ਨਹੀਂ ਹੈ, ਉਹਦੇ 'ਚ ਉਹਦੇ ਤੱਤਾਂ ਦਾ ਕੋਈ ਮਤਲਬ ਨਹੀਂ ਹੈ ਉਹਨੂੰ ਬਸ ਇਹੀ ਹੈ ਵੀ ਮੈਂ ਫਟਾਫਟ ਕਿਵੇਂ ਤਿਆਰ ਕਰਾਂ, ਇਹਨੂੰ ਕੱਢਾਂ ਤੇ ਉਧਰ ਪਹੁੰਚਾਵਾਂ। ਬਸ ਉਹ ਇੱਕ ਤਰ੍ਹਾਂ ਜਿਹੜਾ ਹੋੜ ਲੱਗ ਗਈ ਨਾ ਪੈਸੇ ਦੀ ਅੱਜ ਕੱਲ੍ਹ, ਜਾਂ ਜੋ ਅਸੀਂ ਖਰਚੇ ਵਧਾ ਲਏ ਨੇ ਉਹਨਾਂ ਨੂੰ ਪੂਰੇ ਕਰਨ ਦੇ ਲਈ ਕੁਝ ਵੀ ਜਿਹੜਾ ਕਿ ਚਾਹੇ ਉਹ ਗੱਟਾ ਇੱਕ ਵੱਧ ਪਾਉਣ ਨੂੰ ਵੀ ਤਿਆਰ ਹੋ ਜਾਂਦਾ ਵੀ ਫਸਲ ਦਾ ਝਾੜ ਥੋੜ੍ਹਾ ਜਿਹਾ ਵਧਾ ਲਈਏ, ਜੇ 50 ਕੁਇੰਟਲ ਹੈ ਤੇ ਅਸੀਂ 52 ਕਰਨਾ ਤੇ ਗੱਟਾ ਇੱਕ ਅੱਧਾ ਕੁ ਹੋਰ ਪਾ ਦਈਏ, ਉਹ ਚੀਜ਼ 'ਚ ਲੱਗੇ ਹੋਏ ਨੇ। ਬਿਲਕੁਲ। ਔਰ ਇਹਦੇ 'ਚ ਮੈਂ ਥੋੜ੍ਹੀ ਜਿਹੀ ਹੁਣ ਇਕੱਲੇ ਕਿਸਾਨ ਦੀ ਰਿਸਪੌਂਸਿਬਿਲਿਟੀ ਨਹੀਂ ਹੈ, ਮੈਂ ਇਹ ਕੰਜ਼ਿਊਮਰ 'ਤੇ ਵੀ ਰਿਸਪੌਂਸਿਬਿਲਿਟੀ ਪਾਉਣਾ ਵੀ ਤੁਸੀਂ ਵੀ ਛੱਡਿਆ ਹੋਇਆ ਇਹਨੂੰ। ਜੇ ਕੰਜ਼ਿਊਮਰ ਖੜ ਕੇ ਕਹਿ ਦੇਵੇ ਵੀ ਨਹੀਂ ਮੈਂ ਜ਼ਹਿਰ ਵਾਲੀ ਚੀਜ਼ ਲੈਣੀ ਵੀ ਨਹੀਂ ਹੈ, ਮੈਂ 20 ਰੁਪਏ ਮਹਿੰਗੀ ਲੈ ਲੂੰਗਾ ਪਰ ਮੈਂ ਚੰਗੀ ਲੈਣੀ ਹੈ, ਤੇ ਕਿਸਾਨ ਕੀ ਕਰੂਗਾ? ਉਹਦੇ ਕੋਲ ਆਪਸ਼ਨ ਕੀ ਰਹਿ ਜਾਂਦੀ ਹੈ? ਸੋ ਮੇਰੀ
ਬੇਨਤੀ ਇਹੀ ਹੈ, ਜਿਹੜੇ ਲੋਕੀ ਖਾਣਾ, ਹੁਣ ਖਾਣਾ ਤਾਂ ਹਰੇਕ ਹੀ ਖਾਂਦਾ ਹੈ, ਬਿਲਕੁਲ ਔਰ ਹਰੇਕ ਦਾ ਖਾਣਾ ਤੁਹਾਡਾ ਖੇਤ 'ਚੋਂ ਆਉਂਦਾ ਹੈ। ਘੱਟੋ ਘੱਟ ਪੰਜਾਬ 'ਚ ਤਾਂ ਤੁਸੀਂ ਅੱਧੇ ਪੌਣੇ ਘੰਟੇ 'ਚ ਕਿਸੇ ਵੀ ਸ਼ਹਿਰ ਤੋਂ ਕਿਸੇ ਨਾ ਕਿਸੇ ਦੇ ਖੇਤ 'ਚ ਹਾਂਜੀ ਜਾ ਸਕਦੇ ਹੋ। ਠੀਕ ਹੈ, ਹੁਣ ਜੇ ਕੋਈ ਸਕੂਲ ਟੀਚਰ ਨੇ, ਕੋਈ ਸਰਕਾਰੀ ਦਫ਼ਤਰ 'ਚ ਲੋਕੀ ਕੰਮ ਕਰਦੇ ਨੇ, ਕੋਈ ਪ੍ਰਾਈਵੇਟ ਦਫ਼ਤਰ 'ਚ ਕੰਮ ਕਰਦੇ ਨੇ, ਕੋਈ ਕਾਲੋਨੀ 'ਚ ਰਹਿੰਦੇ ਨੇ, ਕੋਈ ਸੁਸਾਇਟੀ 'ਚ ਰਹਿੰਦੇ ਨੇ, ਇਕੱਠੇ ਹੋ ਜਾਓ, ਗਰੁੱਪ ਬਣਾ ਲਓ ਆਪਣੇ। ਸਕੂਲ ਵਾਲੇ ਕਹਿ ਲਓ ਵੀ ਅੱਛਾ ਤੁਸੀਂ ਕਿਸੇ ਕਿਸਾਨ ਕੋਲ ਚਲੇ ਜਾਓ, ਉਹਨੂੰ ਕਹਿ ਦਿਓ ਵੀ ਸਾਨੂੰ ਤਾਂ ਆਹ ਚੀਜ਼ਾਂ ਚਾਹੀਦੀਆਂ ਨੇ, ਤੁਸੀਂ ਦਿਓਗੇ? ਜੇ ਉਹ ਤਿਆਰ ਹੋ ਜੇ ਬੜੀ ਚੰਗੀ ਗੱਲ ਹੈ, ਨਹੀਂ ਤਾਂ ਦੂਜੇ ਨਾਲ ਸੰਪਰਕ ਕਰ ਲਓ। ਕੀਮਤ ਵੀ ਫਿਰ ਸਾਂਝੇ ਬਹਿ ਕੇ ਕੀਮਤ ਵੀ ਤੈਅ ਕੀਤੀ ਜਾ ਸਕਦੀ ਆ, ਭਾਈ ਤੇਰੀ ਆਹ ਚੀਜ਼ ਦੀ ਕੁਆਲਿਟੀ ਇਹ ਹੋਈ ਤਾਂ ਅਸੀਂ ਤੈਨੂੰ ਇੰਨੀ ਕੀਮਤ ਦੇਣ ਨੂੰ ਤਿਆਰ ਹੈ। ਬਿਲਕੁਲ। ਸੋ ਉਹ ਕਿਸਾਨ ਨਾਲ ਸੰਪਰਕ ਕਰਨ, ਉਹਨੂੰ ਕਹਿਣ ਵੀ ਸਾਨੂੰ ਆਹ ਚੀਜ਼ ਚਾਹੀਦੀ ਹੈ, ਇਸ ਕੁਆਲਿਟੀ ਦੀ ਚਾਹੀਦੀ ਹੈ, ਅਤੇ ਉਦੋਂ ਫਿਰ ਜੇ ਸੁਸਾਇਟੀ ਵਾਲੇ ਨੇ, ਸੁਸਾਇਟੀ ਵਾਲੇ ਕਿਸਾਨ ਨੂੰ ਕਹਿ ਦੇਣ ਵੀ ਚਲੋ ਤੁਸੀਂ ਐਂ ਕਰੋ, ਤੁਸੀਂ ਸਾਡੀ ਸੁਸਾਇਟੀ 'ਚ ਆ ਜਾਓ, ਹਫ਼ਤੇ 'ਚ ਇੱਕ ਦਫਾ ਆ ਜਾਓ, 2 ਦਫਾ ਆ ਜਾਓ, ਮਹੀਨੇ 'ਚ 2 ਦਫਾ ਆ ਜਾਓ, ਟਰਾਲੀ 'ਚ ਆਪਣਾ ਸਮਾਨ ਰੱਖ ਕੇ ਆ ਜਾਓ, ਸਾਡੇ ਉੱਥੇ ਵੇਚ ਦਿਓ, ਸਾਡੇ ਬੰਦੇ ਹੈਗੇ, ਘੱਟੋ ਘੱਟ ਅਸੀਂ ਇੰਨੇ ਬੰਦੇ ਤਾਂ ਹੈਗੇ, ਅਸੀਂ ਖਰੀਦ ਲਾਂਗੇ ਤੁਹਾਡੇ ਤੋਂ ਤਾਜ਼ਾ ਸਮਾਨ। ਔਰ ਕੌਣ ਨਹੀਂ ਚਾਹੁੰਦਾ ਵੀ ਜਿਹੜੀ ਤਾਜ਼ੀ ਸਾਫ਼ ਚੀਜ਼ ਆਵੇ ਉਹ ਖਰੀਦਣ। ਅਤੇ ਇਹਦੇ ਨਾਲ ਫਿਰ ਕਿਸਾਨ ਵੀ ਤਕੜਾ ਹੁੰਦਾ ਹੈ, ਔਰ ਇਹਦੇ 'ਚ ਘੱਟੋ ਘੱਟ ਜਿਹੜੇ ਕੰਜ਼ਿਊਮਰ ਨੇ ਉਹਨਾਂ ਨੂੰ ਇਹ ਹੋਣਾ ਚਾਹੀਦਾ ਵੀ ਉਹ ਇਕੱਲਾ ਕਿਸਾਨ ਦੀ ਤਰੱਕੀ ਨਾਲ ਹੀ ਨਾ ਸੰਬੰਧਿਤ ਰਹਿਣ, ਜਿੱਥੇ ਉਹਦੀ ਫੇਲੀਅਰ ਹੁੰਦੀ ਹੈ ਉਹਦੇ 'ਚ ਵੀ ਉਹਦੇ ਨਾਲ ਖੜਨਾ ਚਾਹੀਦਾ ਉਹਨਾਂ ਨੂੰ। ਤਾਂ ਹੀ ਇਹ ਰਿਲੇਸ਼ਨਸ਼ਿਪ ਜਿਹੜੇ ਬਣਦੇ ਨੇ ਇਹ ਫਿਰ ਅਟੁੱਟ ਜੇ ਹੁੰਦੇ ਨੇ, ਔਰ ਇਹ ਟਰਸਟ ਵੀ ਦੋਵਾਂ ਪਾਸਿਓਂ ਬਣਦਾ ਹੈ, ਔਰ ਉਹ ਫਿਰ ਲੰਬਾ ਟਾਈਮ ਚੱਲੂਗਾ। ਜੇ ਅੱਜ ਅਸੀਂ ਕਿਸਾਨ ਸਪੋਰਟ ਦੀ ਗੱਲ ਕਰ ਰਹੇ ਹਾਂ ਨਾ, ਕਿਸਾਨ ਦੇ ਨਾਲ ਖੜੇ ਆ, ਜਾਂ ਚਾਹੇ ਅਸੀਂ ਗੱਲ ਇਹ ਵੀ ਕਹਿੰਦੇ ਆ ਵੀ ਜ਼ਮੀਨ ਨਹੀਂ ਹੈਗੀ, ਜ਼ਮੀਰ ਤਾਂ ਹੈਗਾ, ਉਹ ਜ਼ਮੀਰ ਨੂੰ ਇਸੇ ਤਰ੍ਹਾਂ ਜਾਗਦਾ ਰੱਖਿਓ, ਤਾਂ ਹੀ ਅਸੀਂ ਜਿਹੜਾ ਕਿਸਾਨ ਨੂੰ ਆ ਹੋਰ ਮਜ਼ਬੂਤ ਕਰ ਸਕਦੇ ਹਾਂ। ਸਪੋਰਟ, ਅਸਲੀ ਸਪੋਰਟ ਕਿਸਾਨ ਦੀ ਇਹੀ ਹੈ, ਨਾ ਕਿ ਦਿੱਲੀ ਬੈਠੇ ਕਿਸਾਨ ਲਈ ਸਿਰਫ ਥੋੜ੍ਹੇ ਸਮੇਂ ਲਈ ਧਰਨੇ ਵਿੱਚ ਹੱਕ ਦੇ ਵਿੱਚ ਨਾਅਰਾ ਮਾਰ ਕੇ ਤੇ ਉਦੋਂ ਬਾਅਦ ਠੀਕ ਹੈ ਕਿਸਾਨ ਆਪਦੇ ਕੰਮ ਤੇ ਅਸੀਂ ਆਪਦੇ ਕੰਮ ਤੇ। ਅੱਛਾ ਗਰੇਵਾਲ ਸਾਹਿਬ, ਤੁਸੀਂ ਇੱਥੇ ਜੋ ਕਨਸੈਪਟ ਸ਼ੁਰੂ ਕੀਤਾ ਹੈ, ਵੈਸੇ ਤਾਂ ਮੈਂ ਗੱਲ ਕਰਾਂ ਬੇਸ਼ੱਕ ਅਸੀਂ ਏਅਰਪੋਰਟ ਜਿਹੜਾ ਰੋਡ ਆ ਉਹ ਤੋਂ 1.5-2 ਕਿਲੋਮੀਟਰ ਪਿੱਛੇ ਬੈਠੇ ਹਾਂ, ਥੋੜਾ ਥੋੜਾ ਜ਼ਿਆਦਾ ਹੋਵੇ, ਇੱਥੇ ਲੋਕ ਆ ਜਾਂਦਾ, ਕਸਟਮਰ ਆ ਜਾਂਦੇ ਨੇ ਸੌਖੇ। ਸਾਨੂੰ ਵਾਹਿਗੁਰੂ ਦੀ ਕਿਰਪਾ, ਬਹੁਤ ਸੋਹਣਾ ਸਾਨੂੰ ਰਿਸਪੌਂਸ ਮਿਲਿਆ ਜੀ। ਮੈਂ ਐਕਸਪੈਕਟ ਨਹੀਂ ਕਰਦਾ ਸੀ ਵੀ ਇੰਨੇ ਲੋਕੀ ਆਉਣਗੇ, ਖਾਸ ਕਰਕੇ ਅੱਜ ਕੱਲ੍ਹ, ਕਿਉਂਕਿ ਅਸੀਂ ਸ਼ੁਰੂ ਕੀਤਾ ਸੀ ਸਿਰਫ ਸ਼ਨੀਚਰਵਾਰ ਦੇ ਦਿਨ, ਹਫ਼ਤੇ 'ਚ ਇੱਕ ਦਿਨ, ਸਵੇਰੇ 9 ਵਜੇ ਤੋਂ ਸ਼ਾਮੀ 6 ਵਜੇ ਤੱਕ। ਪਰ ਹੁਣ ਅਸੀਂ ਕਿਉਂਕਿ ਕੋਵਿਡ ਦਾ ਹੈਗਾ, ਲੋਕਡਾਊਨ ਲੱਗ ਜਾਂਦਾ ਹੈ, ਤਾਂ ਅਸੀਂ ਫਰਾਈਡੇ ਵੀ ਸ਼ੁਰੂ ਕਰ ਲਿਆ। ਸੋ ਅਸੀਂ ਹਫ਼ਤੇ 'ਚ 2 ਦਿਨ ਖੋਲ੍ਹਦੇ ਹਾਂ, ਫਰਾਈਡੇ ਅਤੇ ਸੈਟਰਡੇ, ਸਵੇਰੇ 9 ਵਜੇ ਤੋਂ ਸ਼ਾਮੀ 6 ਵਜੇ ਤੱਕ। ਔਰ ਸਾਨੂੰ ਬਹੁਤ ਲੋਕੀ, ਹਾਲਾਂਕਿ ਅਸੀਂ ਹੁਣੇ ਸ਼ੁਰੂ ਕੀਤਾ ਹੈ, ਲੋਕਾਂ ਨੇ ਨੰਬਰ ਲੈ ਲਏ, ਪੁੱਛਦੇ ਨੇ ਵੀ ਸਾਨੂੰ ਆਹ ਚਾਹੀਦਾ ਹੋਊਗਾ, ਅਸੀਂ ਆ ਜਾਈਏ, ਤੁਸੀਂ ਕਦੋਂ ਖੋਲ੍ਹ ਰਹੇ ਹੋ, ਆਹ ਚੀਜ਼ ਮਿਲ ਜੂਗੀ, ਅੱਛਾ ਆਹ ਫਲਾਣਾ ਨੰਬਰ ਵੀ ਤੁਸੀਂ ਐਡ ਕਰ ਦਿਓ, ਇਹ ਸਾਡੇ ਗੁਆਂਢੀ ਨੇ, ਸਾਡੇ ਰਿਸ਼ਤੇਦਾਰ ਨੇ, ਸਾਡੇ ਦੋਸਤ ਨੇ, ਉਹ ਵੀ ਤੁਹਾਡੇ ਤੋਂ ਲੈਣਾ ਚਾਹੁੰਦੇ ਨੇ। ਤੋ ਮੇਰਾ ਖਿਆਲ ਜਿੰਨੇ ਮੇਰੇ ਕੋਲ ਆਏ ਨੇ ਤਕਰੀਬਨ 75% ਰਿਪੀਟ ਨੇ। ਜਿਹੜੇ ਪਹਿਲੇ ਦਿਨ ਆਏ ਸੀ ਉਹ ਤਾਂ ਤਕਰੀਬਨ ਸਾਰੇ ਹੀ ਵਾਪਸ ਆ ਗਏ ਮੇਰੇ ਕੋਲ, ਅਤੇ ਉਹਦੇ ਲਈ ਅਸੀਂ ਕਾਫੀ ਸ਼ੁਕਰਗੁਜ਼ਾਰ ਹਾਂ। ਅਤੇ ਅਸੀਂ ਵਾਹਿਗੁਰੂ ਦਾ ਵੀ ਅਤੇ ਕੰਜ਼ਿਊਮਰ ਦਾ ਵੀ, ਕਿ ਉਹ ਆਪਣੀ ਕੁਆਲਿਟੀ ਸਮਝਦੇ ਨੇ। ਅਤੇ ਕੁਛ ਇਹੋ ਜਿਹੇ ਵੀ ਨੇ ਜਿਨ੍ਹਾਂ ਨੇ ਆ ਕੇ ਮੇਰੇ ਨਾਲ ਬਹਿਸ ਕੀਤੀ ਵੀ ਤੁਹਾਡੀ ਚੀਜ਼ ਬਹੁਤ ਮਹਿੰਗੀ ਹੈ, ਬਾਜ਼ਾਰ 'ਚ ਆਹ ਰੇਟ ਹੈ, ਉਹ ਹੈ। ਸੋ ਮੈਂ ਉਹਨਾਂ ਨੂੰ ਵੀ ਇੱਕੋ ਹੀ ਬੇਨਤੀ ਕੀਤੀ ਹੈ ਵੀ ਰੇਹੜੀ ਵਾਲਾ ਸਮਾਨ ਸਾਡਾ ਹੈ ਨਹੀਂ, ਨਾ ਸਾਡੀ ਰੇਹੜੀ ਵਾਲੀ ਕੀਮਤਾਂ ਨੇ। ਤੁਸੀਂ ਆਓ, ਸਾਡੇ ਨਾਲ ਸੰਪਰਕ ਜੋੜੋ, ਤੁਸੀਂ ਸਾਡੇ ਨਾਲ ਦੇਖੋ ਸਾਰਾ ਸਾਲ ਅਸੀਂ ਕੀ ਕਰਦੇ ਹਾਂ, ਕਿੰਨੀ ਸਾਡੀ ਮਿਹਨਤ ਲੱਗਦੀ ਹੈ ਇਹਦੇ 'ਤੇ। ਗਰਮੀ ਜ਼ਿਆਦਾ ਹੋ ਗਈ ਜਾਂ ਅੱਜ ਕੱਲ੍ਹ ਜਿਵੇਂ ਗਰਮੀ ਘੱਟ ਹੈ, ਹੁਣ ਇਸ ਵੇਲੇ ਲੂ ਚੱਲਣੀ ਚਾਹੀਦੀ ਸੀ ਆਪਣੀ, ਠੀਕ ਹੈ, ਹਾਂਜੀ। ਉਹਦੇ ਕਰਕੇ ਸਾਡੀ ਸਬਜ਼ੀਆਂ ਨੂੰ ਜਰਮੀਨੇਸ਼ਨ ਘੱਟ ਗਈ, ਸਾਡਾ ਟਿੰਡਾ ਐਤਕੀ ਜਮਾ ਹੀ ਨਹੀਂ ਹੋਇਆ, ਜੰਮਿਆ ਹੀ ਨਹੀਂ ਹੈ ਸਾਡੇ। ਔਰ ਕਈ ਲੋਕਾਂ ਨੇ ਕਿਹਾ ਵੀ ਉਹਨਾਂ ਦੇ ਵੀ ਨਹੀਂ ਹੋਇਆ। ਸੋ ਦੈਟ ਇਜ਼ ਵਨ ਪ੍ਰੋਬਲਮ। ਸਰਦੀ ਵੱਧ ਪੈ ਗਈ ਤਾਂ ਸਾਨੂੰ ਨੁਕਸਾਨ ਹੈ, ਮੀਂਹ ਵੱਧ ਹੋ ਗਿਆ ਤਾਂ ਨੁਕਸਾਨ ਹੈ, ਘੱਟ ਹੋ ਗਿਆ ਤਾਂ ਨੁਕਸਾਨ ਹੈ। ਸੋ ਜਿਹੜਾ ਬੰਦਾ ਸਾਡੇ ਨਾਲ ਜੁੜਦਾ ਹੈ, ਸਾਰਾ ਸਾਲ ਆ ਕੇ ਦੇਖੇ ਵੀ ਜਿਹੜੇ ਦੁਪਹਿਰੇ ਕੰਮ ਕਰਦੇ ਨੇ ਗਰਮੀਆਂ 'ਚ, ਸਰਦੀਆਂ 'ਚ ਸਵੇਰੇ 3-4-6 ਵਜੇ ਉੱਠ ਕੇ ਕੰਮ 'ਤੇ ਲੱਗੇ ਹੁੰਦੇ ਨੇ, ਮੀਂਹ ਪੈਂਦਾ ਖਾਲਾਂ ਆਪਣੀਆਂ ਸਾਫ਼ ਕਰਦੇ ਨੇ, ਪਾਣੀ ਕੱਢਦੇ ਨੇ। ਸੋ ਉਹ ਕਿਸਾਨ ਦਾ ਕੋਈ ਟਾਈਮ ਨਹੀਂ ਹੈ, ਕੋਈ ਓਵਰ ਟਾਈਮ ਨਹੀਂ ਹੈ ਉਹਨੂੰ,
ਕੋਈ ਉਹਦੀ ਕਿਸੇ ਕੋਈ ਛੁੱਟੀ ਨਹੀਂ ਹੈ, ਕੋਈ ਉਹਨੂੰ ਸਵੇਰ ਸ਼ਾਮ ਦਾ ਨਹੀਂ ਹੈ। ਰਾਤ ਨੂੰ ਨੀਲ ਗਾਏ ਆ ਗਈ, ਲਿਲਕਾਂ ਆ ਗਈਆਂ, ਉਹਨਾਂ ਨੂੰ ਭਜਾਉਣਾ ਹੈ। ਰਾਤ ਨੂੰ ਤੂਫਾਨ ਆ ਗਿਆ, ਮੀਂਹ ਆ ਗਿਆ, ਪਾਣੀ ਜ਼ਿਆਦਾ ਵੱਧ ਖੜ ਗਿਆ, ਉਹ ਪਾਣੀ ਕੱਢਣਾ ਖੇਤਾਂ 'ਚੋਂ। ਸੋ ਇਹਦੀ ਤਾਂ 24 ਘੰਟੇ ਦੀ ਜੂਨ ਹੈ। ਜਿਵੇਂ ਕਹਿੰਦੇ ਆ ਵੀ ਰੱਬ ਨੇ ਸੋਚ ਕੇ ਹੀ ਜੱਟ ਬਣਾਇਆ ਸੀ, ਹੋਰ ਕਿਸੇ ਤੋਂ ਸ਼ਾਇਦ ਹੋਵੇ ਵੀ ਨਾ। ਸੋ ਇਹ ਸਾਡੀ ਹੈਗੀ। ਗਰੇਵਾਲ ਸਾਹਿਬ, ਜੇਕਰ ਕਿਸਾਨੀ ਦੀ ਗੱਲ ਕੀਤੀ ਜਾਵੇ ਨਾ, ਕਿਸਾਨੀ ਕਿਤੇ ਢਿੱਡ ਭਰਨ ਦੀ ਗੱਲ ਹੁੰਦੀ ਸੀ। ਜੇ ਹਰੀ ਕ੍ਰਾਂਤੀ ਦੀ ਗੱਲ ਕਰਦੇ ਅਸੀਂ ਅੱਜ ਵੀ ਕਹਿੰਦੇ ਆ ਵੀ ਕਿਸਾਨ ਨੇ ਢਿੱਡ ਭਰਿਆ ਪੂਰੇ ਦੇਸ਼ ਦਾ ਜਦੋਂ ਲੋੜ ਸੀ। ਪਰ ਹੁਣ ਲੱਗਦਾ ਹੈ ਵੀ ਕਿਸਾਨੀ ਉਦਯੋਗਿਕ ਹੋ ਗਈ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਮੂਲ ਆ ਉਹ ਕਿਤੇ ਨਾ ਕਿਤੇ ਪਛੜ ਗਿਆ। ਬਿਲਕੁਲ ਠੀਕ ਗੱਲ ਹੈ ਜੀ। ਦੇਖੋ ਕਿੰਨੇ 100 ਸਾਲ ਪਹਿਲਾਂ ਬਾਬੇ ਨਾਨਕ ਨੇ ਕਿਹਾ ਸੀ ਵੀ ਖੇਤੀ ਸਭ ਤੋਂ ਉੱਤਮ ਚੀਜ਼ ਹੈਗੀ, ਇਹ ਤੋਂ ਉੱਪਰ ਕੁਝ ਨਹੀਂ ਹੈ। ਬਾਕੀ ਤੁਹਾਡੇ ਮਗਰੋਂ ਆਉਂਦੇ ਨੇ ਪ੍ਰੋਫੈਸ਼ਨ। ਤੇ ਜਿਵੇਂ ਮੈਂ ਪਹਿਲਾਂ ਅਰਜ਼ ਕੀਤਾ ਸੀ ਵੀ ਕਿਸਾਨੀ ਦਾ ਮਕਸਦ ਇਹ ਹੈ ਵੀ ਆਪਣੀ ਲੋਕਲ ਕਮਿਊਨਿਟੀ ਵਾਸਤੇ, ਆਪਣੇ ਲੋਕਲ ਏਰੀਆ ਵਾਸਤੇ ਉਹ ਖਾਣਾ ਤਿਆਰ ਪੈਦਾ ਕਰੇ ਜਿਹੜਾ ਉਹ ਸਰੀਰ ਨੂੰ ਤਕੜਾ ਕਰੇ ਤੇ ਮਨ ਨੂੰ ਸ਼ਾਂਤੀ ਦੇਵੇ। ਪਰ ਅੱਜ ਕੱਲ੍ਹ ਉਹ ਉਲਟਾ ਰਿਹਾ ਹੈ। ਅੱਜ ਕੱਲ੍ਹ ਉਹਦੀ ਜਿਹੜੀ ਫਸਲ ਹੈ ਉਹ ਜਾਂਦੀ ਹੈ ਦੂਰ ਕਿਤੇ ਇੰਡਸਟਰੀ ਵਾਸਤੇ, ਠੀਕ ਹੈ, ਚਾਹੇ ਮਿੱਲ ਹੈ, ਚਾਹੇ ਸ਼ੈਲਰ ਹੈ, ਚਾਹੇ ਤੇਲ ਵਾਲੀ ਫੈਕਟਰੀ ਹੈ, ਉਹਨਾਂ ਵਾਸਤੇ ਉਹ ਕਰਦਾ ਹੈ, ਠੀਕ ਹੈ। ਸੋ ਇਹਦੇ 'ਚ ਕੁਛ ਤਾਂ ਬਲੇਮ ਕੰਜ਼ਿਊਮਰ 'ਤੇ ਵੀ ਪੈਂਦਾ ਹੈ ਕਿ ਉਹਨਾਂ ਨੇ ਆਪਣੀ ਰਿਸਪੌਂਸਿਬਿਲਿਟੀ ਛੱਡਤੀ, ਕਿਉਂਕਿ ਉਹਨਾਂ ਨੇ ਤਾਂ ਲੈਣਾ ਵੀ ਮੈਨੂੰ ਤਾਂ ਸਭ ਤੋਂ ਸਸਤੀ ਚੀਜ਼ ਮਿਲਦੀ ਹੈ। ਕਿਸਾਨ ਨੇ ਇੱਕ ਲੈਵਲ 'ਤੇ ਚਲਿਆ ਗਿਆ, ਕਹਿੰਦਾ ਵੀ ਇਹ ਤੋਂ ਥੱਲੇ ਤਾਂ ਮੈਂ ਹੁਣ ਕਰ ਨਹੀਂ ਸਕਦਾ, ਮੈਂ ਤਾਂ ਫਿਰ ਉੱਥੇ ਹੀ ਵੇਚ ਦੂੰ, ਠੀਕ ਹੈ ਜੀ। ਸੋ ਉਹ ਹੋ ਗਿਆ। ਦੂਜਾ ਗੱਲ ਤੁਸੀਂ ਦੇਖੋ ਵੀ ਅੱਜ ਕੱਲ੍ਹ ਸਾਰੇ ਦੇ ਘਰਾਂ 'ਚ ਪ੍ਰੈਸ਼ਰ ਕੁੱਕਰ ਹੈ। ਪ੍ਰੈਸ਼ਰ ਕੁੱਕਰ ਨਾਲ ਤੁਹਾਡੀ ਰੋਟੀਆਂ ਪੱਕਦੀਆਂ ਨੇ। ਪਰ ਜਦੋਂ ਵੀ ਤੁਸੀਂ ਕਿਸੇ ਨੂੰ ਪੁੱਛੋਗੇ, ਅੱਛਾ ਜੀ ਮੀਟ ਗਲ ਗਿਆ, ਦਾਲ ਗਲ ਗਈ, ਖਾਣਾ ਤੁਸੀਂ ਗਲਿਆ ਹੋਇਆ। ਗਲਣਾ ਕੋਈ ਸ਼ਬਦ ਚੰਗਾ ਨਹੀਂ ਹੈ, ਨੈਗੇਟਿਵ ਸ਼ਬਦ ਹੈ ਇੱਕ। ਕਿਸੇ ਬਹੁਤੇ ਘਰਾਂ 'ਚ ਤਾਂ ਇਹੀ ਹੈ ਵੀ ਕੋਈ ਨਹੀਂ ਪੁੱਛਦਾ ਵੀ ਅੱਛਾ ਮੀਟ ਪੱਕ ਗਿਆ ਜਾਂ ਤੁਹਾਡੀ ਦਾਲ ਪੱਕ ਗਈ। ਇਹੀ ਹੁੰਦਾ ਵੀ ਗਲ ਗਈ ਕਿ ਨਹੀਂ। ਹੁਣ ਜੇ ਤੁਸੀਂ ਖਾਣਾ ਗਲਿਆ ਹੋਇਆ ਹੈ ਫਿਰ ਤੁਹਾਡੀ ਸੋਚਣੀ ਕਿੱਥੇ ਰਹੂਗੀ। ਤੇ ਤੀਜਾ ਇਹ ਹੈ ਵੀ ਦੇਖੋ ਕਿਸਾਨ ਨੇ ਹੁਣ ਜਦੋਂ ਉਧਰ ਦੂਰ ਵਾਲੀ ਕਿਸੇ ਫੈਕਟਰੀ ਵਾਸਤੇ ਆਪਣੀ ਉਤਪਾਦ ਕੀਤੀ ਹੈ, ਲੋਕਲ ਬੰਦਾ ਕਿਸੇ ਨੇ ਲੈਣਾ ਨਹੀਂ ਹੈ। ਫਿਰ ਕਿਸੇ ਨੂੰ ਵੀ ਪੁੱਛੋ ਅੱਛਾ ਫਸਲ ਦਾ ਕੀ ਕੀਤਾ, ਕਹਿੰਦਾ ਮੰਡੀ ਸੁੱਟਿਆ ਆ, ਹੋਰ ਆਪਸ਼ਨ ਹੈ ਨਹੀਂ ਉਹਦੇ ਕੋਲ ਕੋਈ। ਸੋ ਜਦੋਂ ਤੁਸੀਂ ਫਸਲਾਂ ਸੁੱਟੋਗੇ ਤੁਹਾਨੂੰ ਕੀਮਤ ਵੀ ਫਿਰ ਸੁੱਟਣ ਵਾਲੀ ਮਿਲਣੀ। ਜਿੱਦਣ ਤੁਸੀਂ ਵੇਚਣ ਲੱਗ ਗਏ, ਜਿੱਦਣ ਕਿਸਾਨ ਇਸ ਲੈਵਲ 'ਤੇ ਆ ਗਿਆ ਵੀ ਨਹੀਂ ਮੈਂ ਤਾਂ ਵੇਚਣੀ ਹੈ ਆਪਣੀ ਚੀਜ਼, ਔਰ ਉਹਦੇ ਵਾਸਤੇ ਉਹਦਾ ਲਾਈਫ ਸਟਾਈਲ ਚੇਂਜ ਹੋਊਗਾ। ਔਰ ਜਿੱਦਣ ਕੰਜ਼ਿਊਮਰ ਨੇ ਕਹਿਤਾ ਵੀ ਹਾਂ ਮੈਂ ਸਾਫ਼ ਚੀਜ਼ ਲੈਣੀ ਹੈ ਔਰ ਉਹਦਾ ਮੁੱਲ ਦੇ ਕੇ ਲੈਣੀ ਹੈ, ਜਿੱਦਣ ਆਪਾਂ ਇਸ ਪੁਆਇੰਟ 'ਤੇ ਆ ਗਏ ਉਦਣ ਮੈਂ ਸਮਝਦਾ ਵੀ ਆਪਣੇ ਕਿਸਾਨੀ 'ਚ ਇੱਕ ਨਵਾਂ ਅੰਦੋਲਨ ਆਊਗਾ। ਹੁਣ ਤੁਸੀਂ ਤਾਂ ਕਹਿ ਸਕਦੇ ਹੋ ਵੀ ਆਹ ਤੁਸੀਂ 4 ਡੱਬੇ ਰੱਖ ਕੇ ਕਰਤੇ ਤੇ ਇਹਦੇ 'ਚ ਕੀ ਵੱਡੀ ਗੱਲ ਹੋ ਗਈ। ਇਹਦੇ 'ਚ ਕੋਈ ਵੱਡੀ ਗੱਲ ਨਹੀਂ ਹੈ। ਵੱਡੀ ਗੱਲ ਸੋਚਣੀ 'ਚ ਹੈ, ਵੱਡੀ ਗੱਲ ਇਹ ਮੈਸੇਜ ਦੇਣ 'ਚ ਲੋਕਾਂ 'ਚ ਵੀ ਇਕੱਠੇ ਹੋ, ਤੁਸੀਂ ਸਿੱਧਾ ਆ ਕੇ ਕਿਸਾਨ ਨੂੰ ਮਿਲੋ। ਹੁਣ ਦੇਖੋ ਜਿਹੜੀ ਮੇਰੀ ਜੀਰੀ ਤਿਆਰ ਹੁੰਦੀ ਹੈ ਕਿਸਾਨ ਦੀ, ਉਹ ਜਾ ਕੇ ਮੰਡੀ ਸੁੱਟੇ ਆਉਂਦਾ ਹੈ। ਆੜਤੀ ਨੇ ਪੈਸੇ ਬਣਾਏ, ਆੜਤੀ ਨੇ ਮਿੱਲ ਨੂੰ ਵੇਚੀ, ਠੀਕ ਹੈ। ਮਿੱਲ ਵਾਲੇ ਨੇ ਉਹਦੇ 'ਚੋਂ 4 ਚੀਜ਼ਾਂ ਅੱਡ ਕੀਤੀਆਂ, ਠੀਕ ਹੈ। ਉਹ ਚਾਰੇ ਚੀਜ਼ਾਂ 'ਚੋਂ ਪੈਸੇ ਬਣਾਏ ਉਹਨੇ, ਠੀਕ ਹੈ। ਹੁਣ ਦੇਖੋ ਕਿਸਾਨ ਨੇ ਮੰਡੀ ਟਰਾਂਸਪੋਰਟ ਕੀਤੀ ਔਰ ਤੇਲ ਦਾ ਖਰਚਾ ਹੋਇਆ, ਆੜਤੀ ਨੇ ਸ਼ੈਲਰ ਨੂੰ ਭੇਜਿਆ, ਉੱਥੇ ਟਰਾਂਸਪੋਰਟ ਤੇ ਲੇਬਰ ਲੱਗੀ, ਠੀਕ ਹੈ। ਖਰਚੇ ਵੱਧ ਰਹੇ ਨੇ ਤੁਹਾਡੇ ਮਿੱਲ ਵਾਲੇ ਨੇ, ਸ਼ੈਲਰ ਵਾਲੇ ਨੇ, ਉਹਨੇ ਉਹ ਜੀਰੀ ਦੇ 4 ਟੋਟੇ ਕਰਤੇ ਔਰ ਹਰੇਕ ਟੋਟੇ 'ਚ ਉਹਨੇ ਪੈਸੇ ਕਮਾਏ, ਠੀਕ ਹੈ। ਫਿਰ ਉਹਨੇ ਪੈਕੇਜਿੰਗ ਕੀਤੀ, ਉਹਦਾ ਅੱਡ ਖਰਚਾ ਆ ਗਿਆ। ਐਡੀ ਵੱਡੀ ਫੈਕਟਰੀ ਲੱਗੀ ਹੈ, ਉਹਦਾ ਅੱਡ ਖਰਚਾ ਹੈ, ਉਹਨੂੰ ਚਲਾਉਣ ਦਾ ਜਿਹੜਾ ਖਰਚਾ ਹੈ ਉਹ ਅੱਡ ਹੈ। ਫਿਰ ਉਹਦੀ ਪੈਕੇਜਿੰਗ ਕਰਕੇ ਉਹਨੇ ਕਿਤੇ ਗੋਦਾਮ 'ਚ ਭੇਜੇ, ਉਹਦਾ ਅੱਡ ਖਰਚਾ ਹੈ, ਠੀਕ ਹੈ। ਫਿਰ ਉਹ ਗੋਦਾਮ 'ਚੋਂ ਰਿਟੇਲਰ ਕੋਲ ਜਾਂਦੀ ਹੈ, ਵਿੱਚ ਹੋਲਸੇਲਰ ਵੀ, ਕਿਸੇ ਡਿਸਟਰੀਬਿਊਟਰ ਵੀ ਆ ਗਏ, ਸਾਰੇ ਹੋ ਗਿਆ। ਫਿਰ ਰਿਟੇਲਰ ਕੋਲ ਜਾਂਦੀ ਹੈ, ਰਿਟੇਲਰ ਨੇ ਆਪਣਾ ਪੈਸਾ ਬਣਾਇਆ, ਫਿਰ ਤੁਹਾਡੇ ਕੋਲ ਚੀਜ਼ ਆਉਂਦੀ ਹੈ।
ਆਉਣੀ ਫਿਰ ਵੀ ਉਹ ਕਿਸਾਨ ਦੇ ਕੋਲ ਹੀ ਹੈ ਕਿਵੇਂ ਨਾ ਕਿਵੇਂ। ਠੀਕ ਹੈ, ਐ ਘੁੰਮ ਘੁਮਾ ਕੇ ਫਿਰ ਤੁਹਾਡੇ ਕੋਲ ਆਉਂਦੀ ਹੈ। ਕਿਉਂ ਨਾ ਤੁਸੀਂ ਸਿੱਧਾ ਜਾ ਕੇ ਕਿਸਾਨ ਨਾਲ ਸੰਪਰਕ ਕਰੋ। ਬਿਲਕੁਲ। ਠੀਕ ਹੈ, ਕਿਸਾਨ ਨਾਲ ਸੰਪਰਕ ਕਰੋ, ਤੁਹਾਨੂੰ ਚੀਜ਼ ਜਿਹੜੀ ਹੈ ਤੁਹਾਨੂੰ ਸ਼ੁੱਧ ਚੀਜ਼ ਮਿਲੂਗੀ। ਜਿਹੜਾ ਫਸਲ ਦਾ ਖਰਚਾ ਹੈ ਉਹ ਵੀ ਬਚੂਗਾ। ਉਹ ਬਚੂਗਾ ਤੁਹਾਡਾ। ਉਹ ਕਿੱਥੇ ਜਾਊਗਾ? ਉਹ ਤੁਸੀਂ ਕਿਸਾਨ ਨੂੰ ਦਓਗੇ। ਕਿਸਾਨ ਨੂੰ ਕਾਹਦੇ ਲਈ ਦਓਗੇ? ਵੀ ਕਿਸਾਨ ਤੁਹਾਨੂੰ ਸ਼ੁੱਧ ਚੀਜ਼ ਦਊਗਾ। ਹੁਣ ਜਿਹੜੀ ਜੀਰੀ ਚੋਂ ਤੁਹਾਡਾ ਬ੍ਰੈਨ ਇੱਧਰ ਨਿਕਲ ਗਿਆ, ਪੋਲਿਸ਼ ਉੱਧਰ ਹੋ ਗਈ, ਤੇਲ ਵੀ ਨਿਕਲ ਗਿਆ, ਸਾਰਾ ਕੁਝ ਹੋ ਗਿਆ, ਤੁਹਾਡੇ ਕੋਲ ਆਉਂਦਾ ਕੀ ਹੈ? ਫੋਕੀ ਚੀਜ਼ ਆਉਂਦੀ ਹੈ। ਕਾਬਜ਼ ਰਹਿ ਜਾਂਦੇ। ਰਹਿੰਦਾ ਹੀ ਕੀ ਹੈ? ਕੁਝ ਨਹੀਂ ਰਹਿ ਜਾਂਦਾ ਉਹਦੇ 'ਚ। ਸਾਰਾ ਕੁਝ ਤਾਂ ਕੱਢ ਕੇ ਉਹਨਾਂ ਨੇ ਚਾਰ ਪਾਸੇ ਹੋਰ ਵੇਚਤਾ ਹੁੰਦਾ। ਸੋ ਅਲਟੀਮੇਟਲੀ ਬੇਸਿਕਲੀ ਇਹੀ ਹੈ। ਔਰ ਇਹ ਕੋਈ ਵੱਡੀ ਗੱਲ ਨਹੀਂ ਹੈ। ਪਹਿਲਾਂ 30-40 ਸਾਲ ਪਹਿਲਾਂ ਖੇਤੀ ਇਹੀ ਹੁੰਦੀ ਸੀ, ਸਾਰੇ ਕਿਸਾਨ ਇਹੀ ਕਰਦੇ ਸੀ। ਔਰ ਇਹਦੇ 'ਚ ਕੋਈ ਬਹੁਤੀ ਮੈਂ ਆਪ ਜਾਂ ਕਿਸੇ ਹੋਰ ਨੇ ਕੋਈ ਐਡੀ 30 ਮਾਰਕਾ ਚੀਜ਼ ਨਹੀਂ ਕੀਤੀ ਹੈ। ਇਹ ਕਿਸਾਨੀ ਇਹੀ ਹੈ। ਔਰ ਬਸ ਸਿਰਫ ਕੰਜ਼ਿਊਮਰ ਦੀ ਸਪੋਰਟ ਚਾਹੀਦੀ ਹੈ। ਕੰਜ਼ਿਊਮਰ ਰਿਸਪੌਂਸਿਬਿਲਿਟੀ ਲਵੇ, ਆਪਣੇ ਟੱਬਰ ਦੀ ਸਿਹਤ ਦੀ ਰਿਸਪੌਂਸਿਬਿਲਿਟੀ ਲਵੇ, ਸਾਫ਼ ਖਾਣ ਦੀ ਰਿਸਪੌਂਸਿਬਿਲਿਟੀ ਲਓ ਅਤੇ ਕਿਸਾਨ ਨਾਲ ਸੰਪਰਕ ਕਰੋ। ਗਰੇਵਾਲ ਸਾਹਿਬ ਦੇ ਫਾਰਮ ਦੀ ਜੇਕਰ ਗੱਲ ਕੀਤੀ ਜਾਂਦੀ ਹੈ ਜਾਂ ਜੋ ਹੱਟ ਉਹਨਾਂ ਨੇ ਲਾਈ ਹੈ, ਉੱਥੇ ਆ ਕੇ ਕਸਟਮਰ ਚਾਹੇ ਉਹ ਮੋਹਾਲੀ ਦਾ ਹੈ, ਚਾਹੇ ਚੰਡੀਗੜ੍ਹ ਦਾ, ਜਾਂ ਟਰਾਈ ਸਿਟੀ ਦਾ, ਜਾਂ ਹੋਰ ਕਿਤੇ ਪਿੰਡਾਂ ਦੇ ਲੋਕ ਵੀ ਇੱਥੇ ਆ ਕੇ ਉਹ ਫਾਰਮ ਦੇਖਦੇ ਨੇ ਅਤੇ ਖਾਸ ਤੌਰ 'ਤੇ ਜੋ ਉਹਨਾਂ ਦੀ ਜਿੰਸ ਹੈ ਜਾਂ ਜੋ ਸਬਜ਼ੀਆਂ ਨੇ ਉੱਥੋਂ ਲੈ ਕੇ ਜਾਂਦੇ ਨੇ। ਮੇਰੇ ਨਾਲ ਇੱਕ ਕਸਟਮਰ ਨੇ ਉਹਨਾਂ ਦੇ, ਪਰਮਪਾਲ ਸਿੰਘ ਧਾਲੀਵਾਲ, ਤੇ ਇੱਥੇ ਅਕਸਰ ਆਉਂਦੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਪੂਰਾ ਚੰਡੀਗੜ੍ਹ ਛੱਡ ਕੇ, ਪੂਰਾ ਮੋਹਾਲੀ ਛੱਡ ਕੇ ਪਿੰਡ 'ਚ ਆਉਣਾ ਕਿੱਡਾ ਕੁ ਵਧੀਆ ਲੱਗਦਾ? ਬਹੁਤ ਅੱਛਾ ਲੱਗਦਾ ਜੀ। ਇੱਥੇ ਬੜੀ ਵਧੀਆ ਫੀਲਿੰਗ ਆਉਂਦੀ ਹੈ। ਪਲੱਸ ਗਰੇਵਾਲ ਸਾਹਿਬ ਨੂੰ ਮਿਲ ਲਈਦਾ ਆ ਕੇ, ਨਾਲੇ ਸਬਜ਼ੀਆਂ ਜਿਹੜੀਆਂ ਆਪ ਖਾਣੀਆਂ ਉਹ ਕਿੱਥੇ ਹੁੰਦੀਆਂ, ਕਿਸ ਸਿਚੁਏਸ਼ਨ 'ਚ ਪੈਦਾ ਹੁੰਦੀਆਂ, ਕਿਵੇਂ ਹੁੰਦੀਆਂ, ਉਹ ਦੇਖ ਕੇ ਬੜਾ ਵਧੀਆ ਲੱਗਦਾ ਕਿ ਜਿਹੜਾ ਆਪ ਖਾਣੀ ਹੈ, ਬੱਚਿਆਂ ਨੇ ਖਾਣੀ ਹੈ, ਉਹ ਨੈਚੁਰਲ ਤਰੀਕੇ ਨਾਲ, ਆਰਗੈਨਿਕ ਵੇ ਨਾਲ, ਜਿਵੇਂ ਇਹ ਬੜੇ ਪਿਆਰ ਨਾਲ ਸਬਜ਼ੀ ਉਗਾਉਂਦੇ ਨੇ ਅਤੇ ਉਹ ਤੁਸੀਂ ਖਾਣੀ ਹੈ, ਬੱਚਿਆਂ ਨੇ ਖਾਣੀ, ਤੁਸੀਂ ਲਿਆ ਕੇ ਬੜਾ ਮਜ਼ਾ। ਬਾਕੀ ਕੁਦਰਤ ਦਾ ਤਾਂ ਮਜ਼ਾ ਹੈ ਹੀ, ਨਜ਼ਾਰਾ ਵੱਖਰਾ ਜੀ। ਸਾਹਿਬ ਸਾਡੇ ਲੋਕ ਨਾ ਚੰਡੀਗੜ੍ਹ ਜ਼ਿਆਦਾ ਭਜਦੇ ਨੇ ਜਾਂ ਮੋਹਾਲੀ ਜ਼ਿਆਦਾ ਭਜਦੇ ਨੇ, ਜਿਹੜੇ ਜ਼ਮੀਨਾਂ ਵਾਲੇ ਨੇ। ਤੁਸੀਂ ਚੰਡੀਗੜ੍ਹ ਤੋਂ ਪਿੰਡ ਆਉਣਾ ਪਸੰਦ ਕਰਦੇ ਹੋ? ਹਾਂਜੀ, ਮੈਨੂੰ ਇਹ ਬੈਟਰ ਲੱਗਦਾ ਜੀ ਕਿ ਪਿੰਡਾਂ ਨਾਲ ਤਾਂ ਮੈਂ ਵੀ ਜੁੜਿਆ ਹੋਇਆ। ਪਿਛੋਕੜ ਮੇਰਾ ਵੀ ਪਿੰਡਾਂ ਵਾਲਾ ਹੀ ਹੈ, ਬਟ ਇੱਕ ਗਰੇਵਾਲ ਸਾਹਿਬ ਨਾਲ ਮੋਹ ਮੁਹੱਬਤ ਹੈ। ਇੱਕ ਮੈਨੂੰ ਥੋੜ੍ਹੀ ਜਿਹੀ ਆਰਗੈਨਿਕ ਦਾ ਕੰਸੈਪਟ ਸਮਝ ਆਈ ਹੈ ਵੀ ਇਹਦੇ 'ਚ ਕੀ ਹੁੰਦਾ। ਸੋ ਮੈਂ ਪ੍ਰੈਫਰ ਇੱਥੇ ਹੀ ਕਰਦਾ ਜੀ ਆਉਣਾ। ਕੀ ਲੱਗਦਾ ਆ ਜੋ ਮਾਰਕੀਟ ਪ੍ਰਾਈਸ ਹੈ, ਕਿਉਂਕਿ ਜਦੋਂ ਆਰਗੈਨਿਕ ਦੀ ਗੱਲ ਕਰਦੇ ਆ ਥੋੜ੍ਹਾ ਬਹੁਤ ਪ੍ਰਾਈਸ 'ਤੇ ਫਰਕ ਪੈਂਦਾ ਹੀ ਪੈਂਦਾ, ਕਿਉਂਕਿ ਪ੍ਰਾਈਸ ਥੋੜ੍ਹਾ ਜ਼ਿਆਦਾ ਹੋ ਜਾਂਦਾ ਝਾੜ ਘੱਟ ਹੋਣ ਦੇ ਮਤਲਬ ਕਰਕੇ। ਜੋ ਮਾਰਕੀਟ 'ਚ ਪ੍ਰਾਈਸ ਮਿਲਦਾ, ਚਾਹੇ ਉਹ 10 ਰੁਪਏ, ਚਾਹੇ ਉਹ 100 ਰੁਪਇਆ, ਉਹ ਡਿਫਰੈਂਸ ਨੂੰ ਫਿਰ ਕਿਵੇਂ ਡਿਫਾਈਨ ਕਰਦੇ ਹੋ? ਨਹੀਂ, ਇਹ ਨਾ ਥੋੜ੍ਹਾ ਜਿਹਾ ਇਹਦੀ ਹਵਾ ਜ਼ਿਆਦਾ ਬਣਾਈ ਹੋਈ ਹੈ। ਕਿਸੇ ਵੀ ਚੀਜ਼ ਦਾ ਸਪੋਜ਼ਿੰਗ ਕੋਈ ਕਿਲੋ ਚੀਜ਼ ਤੁਸੀਂ ਰਾਈਸ ਲੈ ਕੇ ਜਾਂਦੇ ਹੋ, ਜੇ ਉਹਦਾ 100 ਰੁਪਏ ਤੁਹਾਨੂੰ ਕਿਲੋ ਮਹਿੰਗਾ ਵੀ ਪੈ ਗਿਆ ਤਾਂ ਆਪਣੇ ਐਵਰੇਜ ਹਾਊਸ ਹੋਲਡ 'ਚ ਜਿਹੜਾ ਕਿਲੋ ਰਾਈਸ ਆ ਉਹ ਮਹੀਨਾ ਡੇਢ ਮਹੀਨੇ 'ਚ ਲੱਗਣਾ। ਬਿਲਕੁਲ। ਤਾਂ ਮੈਨੂੰ ਨਹੀਂ ਲੱਗਦਾ ਕੋਈ 100-150 ਦਾ ਮਹੀਨੇ 'ਚ ਕੋਈ ਇਹੋ ਜਿਹੀ ਫੈਮਿਲੀ ਹੋਊ ਜਿਹਨੂੰ ਕੋਈ ਬਹੁਤ ਜ਼ਿਆਦਾ। ਔਨ ਦਾ ਅਦਰ ਸਾਈਡ ਜੇ ਤੁਸੀਂ ਦੇਖੋ ਤਾਂ ਇਹ ਜਿਹੜੇ ਰਾਈਸ ਨੇ ਇਹਦੇ 'ਚ ਕਿੰਨੇ ਮਾਈਕਰੋ ਨਿਊਟ੍ਰੀਐਂਟਸ ਨੇ, ਕਿੰਨੇ ਮਿਨਰਲਸ ਨੇ। ਇਹਦੇ 'ਚ ਕੋਈ ਪੈਸਟੀਸਾਈਡ ਨਹੀਂ ਹੈ, ਕੋਈ ਹੋਰ ਫਰਟੀਲਾਈਜ਼ਰ ਨਹੀਂ, ਕੋਈ ਜ਼ਹਿਰ ਨਹੀਂ ਹੈ। ਤੁਸੀਂ ਆਪਦੇ ਬੱਚਿਆਂ ਨੂੰ ਖਵਾ ਰਹੇ ਹੋ, ਆਪਦੀ ਫੈਮਿਲੀ ਨੂੰ ਖਵਾ ਰਹੇ ਹੋ। ਮੈਨੂੰ ਨਹੀਂ ਲੱਗਦਾ ਇੰਨਾ ਕੋਈ ਜ਼ਿਆਦਾ ਮੈਟਰ ਕਰਦਾ। ਐਟਲੀਸਟ ਮੇਰੀ ਉਹ ਸੋਚਣੀ ਹੈ, ਬਾਕੀ ਕਿਸੇ ਹੋਰ ਦੀ ਸੋਚਣੀ ਮੈਂ ਸਮਝਦਾ ਨਹੀਂ ਕਿ ਕਿਵੇਂ ਹੈ, ਬਟ ਮੇਰੀ ਇਹ ਸੋਚਣੀ ਹੈ ਵੀ 100 ਰੁਪਏ ਦੇ ਜੇ ਆਪਾਂ ਢਾਲ ਲਈਏ ਤਾਂ ਮੇਰੇ ਖਿਆਲ 10 ਰੁਪਏ ਦਿਨ ਦਾ ਵੀ ਨਹੀਂ ਆਉਂਦਾ। ਅਤੇ ਹੋਰ ਆਪਾਂ ਇਹਨਾਂ ਚੀਜ਼ਾਂ 'ਤੇ ਖਰਚ ਕਰ ਦਿੰਦੇ ਹਾਂ ਤਾਂ ਤੇਲ ਕੋ ਉੱਥੇ ਜਾਣਾ ਪੈ ਜੇ, ਉਹ 100 ਰੁਪਏ ਤੱਕ ਉੱਥੋਂ ਤੱਕ ਨਹੀਂ ਲੈ ਕੇ ਜਾਂਦੀ, ਜਿਹੜੀ ਪੀ ਜਾਂਦੀ ਹੈ। ਉਹ ਚੀਜ਼ਾਂ ਨੂੰ ਆਪਾਂ ਦੇਖਦੇ ਨਹੀਂ। ਅਤੇ ਜਿਹੜੀ ਆਪਾਂ ਚੀਜ਼ ਸਾਰਿਆਂ ਨਾਲੋਂ ਜ਼ਿਆਦਾ ਇੰਪੋਰਟੈਂਟ ਹੈ, ਕੰਜ਼ਿਊਮ ਕਰਨੀ ਹੈ, ਉਹਦੀ ਨਿੱਕੀ ਨਿੱਕੀ ਚੀਜ਼ ਨੂੰ ਬਰੀਕੀ ਨਾਲ ਐਂ ਸੋਚਦੇ ਹਾਂ, ਬਟ ਇਹ ਉਹਨੂੰ ਢਾਲ ਕੇ ਦੇਖੋ ਨਾ ਜੀ ਤੁਸੀਂ ਕਿਲੋ। ਜੇਕਰ ਅਸੀਂ ਇੱਕ ਕੰਸੈਪਟ ਦੀ ਗੱਲ ਕਰੀਏ, ਜੋ ਮਾਰਕੀਟ ਕੰਸੈਪਟ ਆ, ਜੋ ਦਿਖਤਾ ਹੈ ਵਹੀ ਵਿਕਤਾ ਹੈ, ਇਹ ਚੀਜ਼ਾਂ ਦੇਖਣ ਦੇ ਵਿੱਚ ਸ਼ਾਇਦ ਉਨੀਆਂ ਸ਼ਾਨੋ ਸ਼ੌਕਤ ਵਾਲੀਆਂ ਨਹੀਂ ਲੱਗਦੀਆਂ ਜੋ ਮਾਰਕੀਟ ਦੇ ਵਿੱਚ ਪੈਕਿੰਗ ਆ, ਡੱਬੀਆਂ 'ਚ ਚਾਹੇ ਪੈਕ, ਜੋ ਹੋਰ ਵੀ ਕਈ ਤਰ੍ਹਾਂ ਦੇ ਬ੍ਰਾਂਡਿੰਗ ਸਟਾਈਲਸ ਨੇ। ਸੋ ਉਹ ਚੀਜ਼ਾਂ ਤੇ ਇਹ ਚੀਜ਼ਾਂ ਜਿਹੜਾ ਫਰਕ ਹੈ ਉਹ ਦੂਰ ਹੋ ਜਾਂਦਾ ਆ। ਮੈਂ ਦੱਸਦਾ ਜੀ, ਜਿਹੜੀ ਕੁਦਰਤ ਨੇ ਆਪਾਂ ਨੂੰ ਦਿੱਤੀ ਹੋਈ ਹੈ ਨਾ ਚੀਜ਼, ਆਪਾਂ ਨੂੰ ਉਹ ਇੱਕ ਇਨਸਾਈਟ ਦਿੱਤੀ ਹੋਈ ਹੈ ਕਿ ਆਪਾਂ ਉਹ ਚੀਜ਼ ਖਾਓ ਜਿਹੜੀ ਸਾਫ਼ ਹੈ, ਸੁਥਰੀ ਹੈ, ਪਰਮਾਤਮਾ ਤੋਂ ਦਿੱਤੀ ਹੋਈ ਹੈ। ਆਪਾਂ ਉਹਨੂੰ ਹੁਣ ਉਸ ਚੀਜ਼ ਨੂੰ ਆਪਾਂ ਉਹ ਐਂ ਲੈ ਜਾਣ ਲੱਗ ਪਏ ਵੀ ਜਿਹੜੀ ਪੈਕਿੰਗ ਸੋਹਣੀ ਕੀਤੀ ਹੋਈ ਹੈ। ਆਪਾਂ ਉਸ ਚੀਜ਼ ਨੂੰ ਨਹੀਂ ਦੇਖਦੇ ਵੀ ਸਬਜ਼ੀ ਉਹਦੇ 'ਚ ਕੀ ਹੈ। ਆਪਾਂ ਉਹ ਜਿਹੜੀ ਪਰਮਾਤਮਾ ਨੇ ਆਪਾਂ ਨੂੰ ਚੂਜ਼ ਕਰਨ ਵਾਸਤੇ ਦਿੱਤੀ ਹੈ ਇੱਕ ਇਨਸਾਈਟ ਵੀ ਆਪਾਂ ਸੋਹਣੀ ਸਾਫ਼ ਚੀਜ਼ ਖਾਈਏ, ਗੰਦੀ ਨਾ ਖਾਈਏ, ਉਹਨੂੰ ਆਪਾਂ ਪੈਕਿੰਗ ਵਾਲੇ ਪਾਸੇ ਲੈ ਗਏ ਵੀ ਯਾਰ ਇਹਦੀ ਪੈਕਿੰਗ ਸੋਹਣੀ ਹੈ, ਵਿੱਚ ਕੀ ਹੈ ਕੋਈ ਨਹੀਂ ਦੱਸਦਾ। ਅਤੇ ਨਾ ਹੀ ਕੋਈ ਕਿਸੇ ਤਰ੍ਹਾਂ ਦੀ ਕਿਸੇ ਅਦਾਰੇ ਦੀ ਸਪੋਰਟ ਹੈ ਤੁਹਾਨੂੰ ਵੀ ਜਿਹੜਾ ਤੁਹਾਨੂੰ ਚੈੱਕ ਕਰਕੇ ਦੱਸ ਸਕੇ। ਹੁਣ ਆ ਇੱਕ ਕੋਈ ਵੀ ਇਹਨਾਂ ਦੀ ਚੀਜ਼ ਹੈ, ਲੈਟ ਸਪੋਜ਼ ਕੋਈ ਵੀ ਪ੍ਰੋਡਕਟ ਹੈ, ਡਾਕਟਰ ਤੁਹਾਨੂੰ ਕਹਿ ਦਿੰਦਾ ਵੀ ਆਹ ਹਲਦੀ ਖਾਣੀ ਹੈ ਤੁਸੀਂ, ਠੀਕ ਹੈ ਜੀ, ਬੜੀ ਚੰਗੀ ਹੈ, ਪਰ ਇਹਦੇ ਵਿੱਚ ਕੀ ਹੈ ਇਹ ਤੁਸੀਂ ਨਹੀਂ ਪਤਾ ਕਰ ਸਕਦੇ।
ਇਹ 'ਚ ਕਿੰਨੇ ਮਾਈਕਰੋ ਨਿਊਟ੍ਰੀਐਂਟਸ ਨੇ, ਕੀ ਉਹ ਪੂਰੇ ਹੈਗੇ ਨੇ ਨਹੀਂ ਹੈਗੇ ਨੇ, ਇਹ ਮੈਡੀਸਨ ਵੀ ਹੈ। ਮੈਡੀਸਨ ਤਾਂ ਹੀ ਹੈ ਜੇ ਇਹਦੇ ਮਾਈਕਰੋ ਨਿਊਟ੍ਰੀਐਂਟਸ, ਇਹਦੇ ਵਿਟਾਮਿਨ ਸਾਰੇ ਪੂਰੇ ਹੋਣਗੇ, ਅਦਰਵਾਈਜ਼ ਇਹ ਬੇਕਾਰ ਹੈ। ਇਹ ਫਾਡਰ ਹੈ, ਜੇ ਤੁਸੀਂ ਵੈਸੇ ਬਿਨਾਂ ਉਹ ਤੋਂ ਖਾ ਲਓਗੇ, ਜਿਹੜਾ ਆਪਾਂ ਨੂੰ ਬਾਜ਼ਾਰਾਂ 'ਚ ਨਾਰਮਲੀ ਮਿਲਦਾ, ਬਟ ਆਪਾਂ ਉਹ ਸੋਚਦੇ ਨਹੀਂ, ਆਪਾਂ ਬਸ ਉਵੇਂ ਦੱਬੀ ਆਉਂਦੇ। ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਆਉਂਦਿਆਂ ਨੂੰ? ਮੈਂ ਨਾ ਜੀ ਪਹਿਲਾਂ ਦੇਹਰਾਦੂਨ ਰਹਿੰਦਾ ਹੁੰਦਾ ਸੀਗਾ, ਮੈਂ 1.5 ਸਾਲ ਤੋਂ ਇੱਥੇ ਸ਼ਿਫਟ ਹੋਇਆ। ਮੈਂ ਪਹਿਲਾਂ ਫੇਸਬੁੱਕ ਤੇ ਇਹਨਾਂ ਨਾਲ ਇਨ ਟੱਚ ਹੋਇਆ, ਕਿਉਂਕਿ ਮੈਂ ਲੱਭ ਰਿਹਾ ਸੀਗਾ ਆਰਗੈਨਿਕ ਫੂਡ, ਤਾਂ ਮੈਨੂੰ ਇਹਨਾਂ ਨਾਲ ਕੁਦਰਤੀ ਮੇਲ ਹੋ ਗਿਆ, ਬੜੇ ਵਧੀਆ ਇਨਸਾਨ, ਤੇ ਫਿਰ ਅਸੀਂ ਟਾਈ ਅਪ ਕਰਕੇ ਮੈਂ ਇਹਨਾਂ ਦਾ ਪਤਾ ਕਰਕੇ ਫਿਰ ਮੈਨੂੰ ਹੁਣ ਤਕਰੀਬਨ 1.25 ਸਾਲ ਹੋ ਗਏ ਮੈਂ ਇੱਥੋਂ ਹੀ ਲੈ ਕੇ ਜਾਣਾ। 1.25 ਸਾਲ ਦੇ ਵਿੱਚ ਆਪਦੇ ਸਰੀਰ 'ਚ ਕੀ ਫਰਕ ਦੇਖਿਆ ਆਰਗੈਨਿਕ ਤੋਂ ਬਾਅਦ? ਆਰਗੈਨਿਕ 'ਚ ਮੇਰਾ weight ਘਟਿਆ ਜੀ, ਮੇਰਾ ਆਪਦਾ weight ਘਟਿਆ 7 kgs। ਮੈਨੂੰ ਕਿਸੇ ਦਾ ਨਹੀਂ, ਐਕਸਰਸਾਈਜ਼ ਨਹੀਂ ਮੈਂ ਵਧਾਈ ਕੋਈ, ਨਾਰਮਲ ਜੋ 1 ਘੰਟਾ ਵਾਕ ਜੋ ਕਰੀਦੀ ਹੈ ਬਸ ਉਹੀ ਕਰਦਾ। ਇੱਕ ਦੂਸਰੀ ਗੱਲ ਇਹ ਹੈ ਕਿ ਜਦੋਂ ਤੁਸੀਂ ਖਾਣਾ ਖਾਂਦੇ ਹੋ ਨਾ, ਉਸ ਤੋਂ ਬਾਅਦ ਭੁੱਖ ਲੱਗਣੋਂ ਹਟ ਗਈ। ਤੁਸੀਂ ਕੋਈ ਵੀ ਚੀਜ਼ ਲੈ ਲਓ ਬਾਜ਼ਾਰੋਂ, ਉਹਦੇ ਵਿੱਚ ਮਾਈਕਰੋ ਨਿਊਟ੍ਰੀਐਂਟਸ ਨਹੀਂ ਹੁੰਦੇ। ਅੱਜ ਕੱਲ੍ਹ ਪ੍ਰੋਬਲਮ ਹੀ ਇਹ ਜ਼ਿਆਦਾ ਆ ਰਹੀ ਹੈ, ਲਾਈਫ ਸਟਾਈਲ ਡਿਸਆਰਡਰ ਕਹਿ ਰਹੇ ਨੇ, ਕੋਈ ਕੁਝ ਕਹਿ ਰਹੇ ਨੇ। ਤੁਸੀਂ ਖਾਣਾ ਖਾਂਦੇ ਹੋ, ਅੱਧੇ ਘੰਟੇ ਬਾਅਦ ਤੁਹਾਨੂੰ ਲੱਗਦਾ ਯਾਰ ਫਿਰ ਭੁੱਖਾ ਮੈਂ, ਕਿਉਂਕਿ ਉਹ ਫੂਡ ਦੇ ਵਿੱਚ ਮਾਈਕਰੋ ਨਿਊਟ੍ਰੀਐਂਟਸ ਹੈ ਨਹੀਂ। ਤੁਹਾਡੀ ਬਾਡੀ ਚੱਲਦੀ ਹੈ ਮਾਈਕਰੋ ਨਿਊਟ੍ਰੀਐਂਟਸ ਦੇ ਸਿਰ ਤੇ, ਉਹ ਮੰਗਦੀ ਹੈ ਹੋਰ ਲਿਆ ਮਾਈਕਰੋ ਨਿਊਟ੍ਰੀਐਂਟਸ ਚਾਹੀਦੇ ਆ। ਤੁਸੀਂ ਕਹਿੰਦੇ ਮੈਂ ਤਾਂ ਖਾਧਾ ਯਾਰ, ਰੱਜ ਕੇ ਖਾਧਾ, ਫਿਰ ਤੁਸੀਂ ਹੋਰ ਖਾ ਲੈਂਦੇ ਹੋ। ਜਿਵੇਂ ਆਪਾਂ ਪਸ਼ੂ ਨੂੰ ਤੂੜੀ ਪਾਉਂਦੇ ਆ, ਉਹ ਸਰੀਰ ਨੂੰ ਤੂੜੀ ਪਾਈ ਜਾਂਦੇ, ਉਹਦੇ ਵਿੱਚ ਕੁਝ ਨਹੀਂ ਹੈ। ਹਾਂਜੀ ਸੋ ਜ਼ਰੂਰੀ ਇਸ ਵਕਤ ਇਹੀ ਹੈ ਕਿ ਅਸੀਂ ਅਜਿਹੇ ਕਨਸੈਪਟਸ ਨੂੰ ਅੱਗੇ ਲੈ ਕੇ ਆਈਏ। ਜ਼ਿਆਦਾਤਰ ਕਿਸਾਨ ਦੀ ਜੋ ਗੱਲ ਹੈ, ਸਾਡੀ ਇੱਕ ਅਪੀਲ ਹੈ ਕਿ 1000 ਪਰਿਵਾਰ ਇਕੱਠੇ ਹੋ ਕੇ ਕੁਝ ਕਿਸਾਨ ਉਹਨਾਂ ਦਾ ਸਮਾਨ ਖਰੀਦਿਆ ਕਰਨ, ਉਹਨਾਂ ਨੂੰ ਉਤਸ਼ਾਹਿਤ ਕਰਨ ਕਿ ਆਰਗੈਨਿਕ ਖੇਤੀਬਾੜੀ ਕੀਤੀ ਜਾਵੇ, ਤੇ ਉਹਨਾਂ ਦੀਆਂ ਜੋ ਫਸਲਾਂ ਦਾ ਮੁੱਲ ਹੈ ਉਹ ਖੁਦ ਤੈਅ ਕਰਕੇ ਉਹ 1000 ਪਰਿਵਾਰ ਉਸ ਕਿਸਾਨ ਦਾ ਸਮਾਨ ਲੈਣ, ਤਾਂ ਜੋ ਇਹ ਕਨਸੈਪਟ ਨੂੰ ਵਧਾਵਾ ਮਿਲ ਸਕੇ। ਦੋਸਤੋ, ਥੱਲੇ ਇੱਕ ਨੰਬਰ ਚੱਲ ਰਿਹਾ, ਨੰਬਰ ਸਾਡੀ ਟੀਮ ਦਾ। ਜੇਕਰ ਤੁਹਾਡੇ ਕੋਲ ਅਜਿਹਾ ਹੀ ਕੋਈ ਤਜਰਬਾ, ਜੇਕਰ ਤੁਸੀਂ ਕਿਸਾਨੀ ਦੀ ਰਾਹ ਤੇ ਕੁਝ ਵੱਖਰੀ ਲੀਹ, ਕੋਈ ਵੱਖਰੀ ਦਿਸ਼ਾ ਬਣਾਈ ਹੋਈ ਹੈ, ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਤੁਹਾਡੇ ਫਾਰਮ ਤੇ ਆ ਕੇ, ਤੁਹਾਡੀ ਜਗ੍ਹਾ ਤੇ ਆ ਕੇ ਅਸੀਂ ਤੁਹਾਡਾ ਤਜਰਬਾ ਲੋਕਾਂ ਤੱਕ ਲੈ ਕੇ ਜਾਵਾਂਗੇ, ਤੇ ਲੋਕਾਂ ਨੂੰ ਇਸ ਜੋ ਨਵੇਂ ਉਗਦੇ ਸੂਰਜ ਦੀ ਕ੍ਰਾਂਤੀ ਦੇ ਵਿੱਚ ਜੋ ਨਵਾਂ ਚਾਨਣ ਹੈ, ਜੋ ਨਵੀਂ ਰੋਸ਼ਨੀ ਹੈ, ਉਹਦੇ ਵਿੱਚ ਉਹ ਫੁੱਲ ਜ਼ਰੂਰ ਖਿੜਨੇ ਚਾਹੀਦੇ ਆ, ਜਿਸ ਦੇ ਲਈ ਅੱਜ ਧਰਨੇ ਲੱਗ ਰਹੇ ਨੇ, ਜਿਸ ਦੇ ਲਈ ਅਸੀਂ ਜ਼ਿੰਦਗੀ ਦੇ ਵਿੱਚ ਸੰਘਰਸ਼ ਕਰਦੇ ਹੋਏ ਨਜ਼ਰ ਆ ਰਹੇ ਹਾਂ। ਮੈਂ ਸੁਰਖਾਬ, ਆਪਣੇ ਸਹਿਯੋਗੀ ਰਮਨੀਤ ਦੇ ਨਾਲ, ਰੋਜ਼ਾਨਾ ਸਪੋਕਸਮੈਨ, ਮੋਹਾਲੀ।